ਹੈਲੋ ਫਰੈਂਡਸ, ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87। ਸੋ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕੈਂਬਰਿਜ ਇੰਗਲਿਸ਼ ਗ੍ਰਾਮਰ ਇਨ ਯੂਜ਼ ਬਾय ਰੈਮੰਡ ਮਰਫੀ 5th ਐਡੀਸ਼ਨ। ਉਸ ਦੀ ਯੂਨਿਟ ਨੰਬਰ ਆਪਾਂ ਕਰਾਂਗੇ 13 ਨੰਬਰ ਯੂਨਿਟ ਦੇ ਵਿੱਚ ਆਪਾਂ ਨੇ ਦੇਖੋ ਕੀ ਕਰਨਾ ਹੈ, ਪ੍ਰੈਜ਼ੈਂਟ ਪਰਫੈਕਟ एंड पास्ट वन का मतलब है पास्ट इंडेफिनेट या फिर पास्ट सिंपल। सो इस यूनिट दे विच आपां ये देखांगे कि प्रैजेंट परफेक्ट जिहड़ा अपना टेंस है उसका यूज आपां कदों करदे हां, किस सिचुएशन दे विच, एंड पास्ट इंडेफिनेट या फिर पास्ट सिंपल जिहड़ा टेंस है उसका यूज आपां किस सिचुएशन दे विच करदे हां। वैसे तुसीं नाम तो ही अंदाजा लगा सकते हो, पहलां भी आपां टेंस कीते ने, है ना। प्रैजेंट परफेक्ट का यूज आपां प्रैजेंट दी सिचुएशन दे लई करदे हां ਤੇ ਪਾਸਟ ਦਾ ਯੂਜ਼ ਪਾਸਟ ਤੋਂ ਹੀ, ਨਾਮ ਤੋਂ ਹੀ ਪਤਾ ਚੱਲਦਾ ਆਪਾਂ ਪਾਸਟ ਦੀ ਜਿਹੜੀ ਗੱਲਬਾਤ ਹੈ ਉਹਦੇ ਲਈ ਯੂਜ਼ ਕਰਦੇ ਆ। ਬਾਕੀ ਦੇਖੋ ਡਿਟੇਲ ਦੇ ਵਿੱਚ ਆਪਾਂ ਕਰਦੇ ਆ, ਦੇਖੋ ਧਿਆਨ ਦੇ ਨਾਲ ਸਮਝਣਾ ਸਾਰਿਆਂ ਨੇ, ਠੀਕ ਹੈ। ਸਭ ਤੋਂ ਪਹਿਲਾਂ ਦੇਖੋ ਏ ਪਾਰਟ ਦੇ ਵਿੱਚ ਆਪਾਂ ਕੀ ਸਮਝਣ ਜਾ ਰਹੇ ਹਾਂ। ਦੇਖੋ ਦ ਪ੍ਰੈਜ਼ੈਂਟ ਪਰਫੈਕਟ ਟੈਲਸ ਅਸ, ਜਿਹੜਾ ਪ੍ਰੈਜ਼ੈਂਟ ਪਰਫੈਕਟ ਟੈਂਸ ਹੈ ਉਹ ਸਾਨੂੰ ਕੀ ਚੀਜ਼ ਦੱਸਦਾ ਹੈ, ਠੀਕ ਹੈ। ਟੈਲਸ ਅਸ ਅਬਾਊਟ ਦ ਸਿਚੁਏਸ਼ਨ ਨਾਓ, ਹੁਣ ਦੀ ਸਿਚੁਏਸ਼ਨ, ਜਿਸ ਵਕਤ ਆਪਾਂ ਗੱਲ ਕਰ ਰਹੇ ਹਾਂ ਉਹ ਆਪਾਂ ਨੂੰ ਉਸ ਵਕਤ ਦੀ ਹੀ ਸਿਚੁਏਸ਼ਨ, ਪ੍ਰੈਜ਼ੈਂਟ ਦੀ ਸਿਚੁਏਸ਼ਨ ਦੇ ਬਾਰੇ ਦੱਸਦਾ ਹੈ ਪ੍ਰੈਜ਼ੈਂਟ ਪਰਫੈਕਟ। ਦੇਖੋ ਜਿਸ ਤਰ੍ਹਾਂ ਮੰਨ ਲਓ ਆਪਾਂ ਕਹਿੰਦੇ ਆ ਟੌਮ ਹੈਜ਼ ਲੋਸਟ, ਦੇਖੋ ਟੌਮ ਤੋਂ ਬਾਅਦ ਹੈਵ ਚੋਂ ਹੈਜ਼ ਆ ਗਿਆ, ਲੋਸਟ ਵਰਬ ਦੀ ਥਰਡ ਫਾਰਮ ਪ੍ਰੈਜ਼ੈਂਟ ਪਰਫੈਕਟ ਹੋ ਗਿਆ, ਹੈ ਨਾ। ਟੌਮ ਹੈਜ਼ ਲੋਸਟ ਹਿਜ਼ ਕੀ ਹੁੰਦਾ, ਚਾਬੀ। ਤਾਂ ਇਹਦਾ ਮਤਲਬ ਕੀ ਹੋਇਆ, ਟੌਮ ਹੈਜ਼ ਲੋਸਟ ਹਿਜ਼ ਕੀ, ਜਿਹੜਾ ਟੌਮ ਹੈ ਉਸਨੇ ਆਪਣੀ ਚਾਬੀ ਹੈ ਜਿਹੜੀ ਉਹ ਗਵਾ ਲਈ ਹੈ, ਜਾਂ ਫਿਰ ਕਹਿ ਸਕਦੇ ਹਾਂ ਟੌਮ ਆਪਣੀ ਚਾਬੀ ਗਵਾ ਚੁੱਕਾ ਹੈ। ਇਹਦਾ ਮਤਲਬ ਇਹ ਹੋਇਆ ਹੀ ਡਜ਼ਨਟ ਹੈਵ ਹਿਜ਼ ਕੀ ਨਾਓ, ਮਤਲਬ ਵੀ ਇਸ ਵਕਤ ਉਸ ਕੋਲ, ਟੌਮ ਦੇ ਕੋਲ ਜਿਹੜੀ ਉਸਦੀ ਚਾਬੀ ਹੈ ਉਹ ਨਹੀਂ ਹੈਗੀ, ਕਿਉਂਕਿ ਆਪਾਂ ਕਿਹਾ ਟੌਮ ਹੈਜ਼ ਲੋਸਟ ਹਿਜ਼ ਕੀ, ਟੌਮ ਆਪਣੀ ਚਾਬੀ ਗਵਾ ਚੁੱਕਾ ਹੈ। ਇਹਦਾ ਮਤਲਬ ਚਾਬੀ ਉਸ ਦੇ ਕੋਲ ਇਸ ਵਕਤ ਪ੍ਰੈਜ਼ੈਂਟ ਦੇ ਵਿੱਚ ਨਹੀਂ ਹੈਗੀ। ਇਸੇ ਤਰ੍ਹਾਂ ਮੰਨ ਲਓ ਆਪਾਂ ਕਿਸੇ ਨੂੰ ਕਹਿੰਦੇ ਆ ਰਾਮ ਹੈਜ਼ ਗੋਨ ਟੂ ਦਿੱਲੀ, ਰਾਮ ਹੈਜ਼ ਗੋਨ ਟੂ ਦਿੱਲੀ, ਜਦੋਂ ਆਪਾਂ ਇਹ ਗੱਲ ਕਹਿੰਦੇ ਆ ਰਾਮ ਹੈਜ਼ ਗੋਨ ਟੂ ਦਿੱਲੀ, ਰਾਮ ਦਿੱਲੀ ਜਾ ਚੁੱਕਾ ਹੈ, ਤਾਂ ਇਹਦਾ ਮਤਲਬ ਇਹ ਹੈ ਕਿ ਰਾਮ ਇਸ ਵਕਤ ਪ੍ਰੈਜ਼ੈਂਟ ਦੇ ਵਿੱਚ ਇੱਥੇ ਨਹੀਂ ਹੈਗਾ, ਉਹ ਦਿੱਲੀ ਹੈ, ਦਿੱਲੀ ਜਾ ਚੁੱਕਿਆ, ਇੱਥੋਂ ਨਿਕਲ ਚੁੱਕਿਆ, ਮਤਲਬ ਕਿ ਪ੍ਰੈਜ਼ੈਂਟ ਦੇ ਵਿੱਚ ਜੋ ਗੱਲਬਾਤ ਹੋ ਗਈ ਕੰਪਲੀਟ ਹੋ ਗਈ, ਹੈ ਨਾ। ਹੁਣ ਅਗਲਾ ਦੇਖੋ, ਅਗਲਾ ਦ ਪਾਸਟ ਸਿੰਪਲ ਟੈਲਸ ਅਸ, ਹੁਣ ਪਾਸਟ ਜਿਹੜਾ ਸਿੰਪਲ ਜਾਂ ਪਾਸਟ ਇੰਡੈਫੀਨਿਟ ਟੈਂਸ ਹੈ ਉਹ ਆਪਾਂ ਨੂੰ ਕੀ ਦੱਸਦਾ ਹੈ, ਟੈਲਸ ਅਸ ਓਨਲੀ ਅਬਾਊਟ ਦਾ ਪਾਸਟ। ਬਿਲਕੁਲ ਸਿੰਪਲ ਹੈ, ਕਲੀਅਰ ਹੈ, ਪਤਾ ਹੈ ਪਾਸਟ ਤੋਂ ਹੀ ਆਪਾਂ ਨੂੰ ਪਤਾ ਚੱਲਦਾ ਹੈ। ਪਾਸਟ ਇੰਡੈਫੀਨਿਟ ਜਿਹੜਾ ਟੈਂਸ ਹੈ ਉਹ ਆਪਾਂ ਨੂੰ ਸਿਰਫ ਪਾਸਟ ਦੇ ਬਾਰੇ ਦੱਸਦਾ ਹੈ, ਲੰਘੇ ਹੋਏ ਸਮੇਂ ਦੇ ਵਿੱਚ। ਆਪਾਂ ਇਸ ਵਕਤ ਪ੍ਰੈਜ਼ੈਂਟ ਦੇ ਵਿੱਚ ਆ, ਦੇਖੋ ਇਸ ਸਥਿਤੀ ਦੇ ਵਿੱਚ ਪ੍ਰੈਜ਼ੈਂਟ ਦੇ ਵਿੱਚ ਆ, ਜਿਹੜਾ ਪ੍ਰੈਜ਼ੈਂਟ ਪਰਫੈਕਟ ਹੈ ਉਹ ਆਪਾਂ ਨੂੰ ਇਸ ਵਕਤ ਪ੍ਰੈਜ਼ੈਂਟ ਦੀ ਸਿਚੁਏਸ਼ਨ ਦੇ ਬਾਰੇ ਦੱਸੂਗਾ ਕਿ ਪ੍ਰੈਜ਼ੈਂਟ ਦੇ ਵਿੱਚ ਕੀ ਸਿਚੁਏਸ਼ਨ ਹੈ। ਪ੍ਰੈਜ਼ੈਂਟ ਦੇ ਵਿੱਚ ਟੌਮ ਹੈਜ਼ ਲੋਸਟ ਹਿਜ਼ ਕੀ, ਟੌਮ ਆਪਣੀ ਚਾਬੀ ਗਵਾ ਚੁੱਕਾ ਹੈ, ਉਹਦੇ ਕੋਲ ਚਾਬੀ ਨਹੀਂ ਹੈਗੀ। ਰਾਮ ਹੈਜ਼ ਗੋਨ ਟੂ ਦਿੱਲੀ, ਰਾਮ ਇਸ ਵਕਤ ਇੱਥੇ ਨਹੀਂ ਹੈਗਾ, ਦਿੱਲੀ ਜਾ ਚੁੱਕਿਆ। ਬਟ ਜਿਹੜਾ ਪਾਸਟ ਇੰਡੈਫੀਨਿਟ ਜੇਕਰ ਆਪਾਂ ਟੈਂਸ ਯੂਜ਼ ਕਰਦੇ ਹਾਂ ਉਹ ਆਪਾਂ ਨੂੰ ਇਸ ਵਕਤ ਦੀ ਸਿਚੁਏਸ਼ਨ ਨਹੀਂ ਦੱਸੂਗਾ ਪ੍ਰੈਜ਼ੈਂਟ ਦੀ, ਉਹ ਆਪਾਂ ਨੂੰ ਇਸ ਤੋਂ ਪਿੱਛੇ ਪਾਸਟ ਦੀ ਸਿਚੁਏਸ਼ਨ ਦੱਸੂਗਾ। ਆਪਾਂ ਨੂੰ ਸਿਰਫ ਇਹ ਦੱਸੂਗਾ ਪਾਸਟ ਦੇ ਵਿੱਚ ਕੀ ਕੰਮ ਹੋਇਆ, ਪ੍ਰੈਜ਼ੈਂਟ ਦੇ ਵਿੱਚ ਜੋ ਵੀ ਹੋਵੇ, ਪ੍ਰੈਜ਼ੈਂਟ ਦਾ ਕੋਈ ਲੈਣਾ ਦੇਣਾ ਨਹੀਂ, ਪ੍ਰੈਜ਼ੈਂਟ ਦੇ ਵਿੱਚ ਕੁਝ ਹੋਰ ਵੀ ਹੋ ਸਕਦਾ ਹੈ, ਉਹ ਸਿਰਫ ਪਾਸਟ ਦੀ ਗੱਲ ਦੱਸੂਗਾ। ਜਿਸ ਤਰ੍ਹਾਂ ਦੇਖੋ ਆਪਾਂ ਨੂੰ ਪਾਸਟ ਦੇ ਬਾਰੇ ਦੱਸਦਾ ਹੈ ਇਫ ਸਮਬਡੀ ਸੇਜ਼, ਜੇਕਰ ਕੋਈ ਬੰਦਾ ਇਹ ਗੱਲ ਕਹਿੰਦਾ ਹੈ, ਦੇਖੋ ਕੀ ਗੱਲ ਕਹਿੰਦਾ ਹੈ, ਟੌਮ ਲੋਸਟ ਹਿਜ਼ ਕੀ, ਦੇਖੋ ਟੌਮ ਵਰਬ ਦੀ ਸੈਕੰਡ ਫਾਰਮ ਆ ਗਈ, ਹਿਜ਼ ਕੀ ਮਤਲਬ ਕਿ ਇਹ ਪਾਸਟ ਇੰਡੈਫੀਨਿਟ ਟੈਂਸ ਹੋ ਗਿਆ। ਤਾਂ ਇਹਦਾ ਮਤਲਬ ਕੀ ਹੋ ਗਿਆ, ਟੌਮ ਲੋਸਟ ਹਿਜ਼ ਕੀ, ਟੌਮ ਨੇ ਆਪਣੀ ਚਾਬੀ ਗਵਾਈ, ਮਤਲਬ ਇਹ ਪਾਸਟ ਦੀ ਗੱਲ ਹੋ ਰਹੀ ਹੈ ਵੀ ਇਸ ਵਕਤ ਨਹੀਂ, ਇਸ ਤੋਂ ਪਿਛਲੇ ਸਮੇਂ ਦੇ ਵਿੱਚ 4 ਦਿਨ ਪਹਿਲਾਂ, 5 ਦਿਨ ਪਹਿਲਾਂ, ਹਫ਼ਤਾ ਪਹਿਲਾਂ ਦੀ ਗੱਲ ਹੋ ਸਕਦੀ ਹੈ ਵੀ ਟੌਮ ਨੇ ਜਿਹੜੀ ਆਪਣੀ ਚਾਬੀ ਹੈ ਉਹ ਗਵਾ ਦਿੱਤੀ ਸੀ, ਠੀਕ ਹੈ। ਤਾਂ ਇਹਦਾ ਮਤਲਬ ਕੀ ਹੋਇਆ, ਵੀ ਡੋਂਟ ਨੋ ਵੈਦਰ ਹੀ ਹੈਜ਼ ਦ ਕੀ ਨਾਓ ਔਰ ਨੋਟ, ਆਪਾਂ ਨੂੰ ਹੁਣ ਇਹ ਗੱਲ ਨਹੀਂ ਪਤਾ ਵੀ ਇਸ ਵਕਤ ਪ੍ਰੈਜ਼ੈਂਟ ਦੇ ਵਿੱਚ ਟੌਮ ਕੋਲੇ ਚਾਬੀ ਹੈਗੀ ਹੈ ਜਾਂ ਨਹੀਂ ਹੈਗੀ। ਆਪਾਂ ਸਿਰਫ ਪਾਸਟ ਦੀ ਗੱਲ ਦੱਸ ਰਹੇ ਹਾਂ ਵੀ ਪਾਸਟ ਦੇ ਵਿੱਚ ਲੰਘੇ ਹੋਏ ਸਮੇਂ ਦੇ ਵਿੱਚ ਟੌਮ ਲੋਸਟ ਹਿਜ਼ ਕੀ, ਵੀ ਟੌਮ ਨੇ ਆਪਣੀ ਚਾਬੀ ਗਵਾ ਦਿੱਤੀ ਸੀ, ਹੋ ਸਕਦਾ ਹੁਣ ਲੱਭ ਗਈ ਹੋਵੇ। ਬਟ ਜੇਕਰ ਆਪਾਂ ਕਹਿੰਦੇ ਹਾਂ ਟੌਮ ਹੈਜ਼ ਲੋਸਟ ਹਿਜ਼ ਕੀ, ਤਾਂ ਇਹਦਾ ਮਤਲਬ ਹੈ ਵੀ ਟੌਮ ਦੇ ਕੋਲ ਇਸ ਵਕਤ ਚਾਬੀ ਨਹੀਂ ਹੈਗੀ, ਚਾਬੀ ਉਹ ਗਵਾ ਚੁੱਕਿਆ। ਜੇਕਰ ਪਾਸਟ ਕਹਿੰਦੇ ਆ ਟੌਮ ਲੋਸਟ ਹਿਜ਼ ਕੀ, ਤਾਂ ਇਹਦਾ ਮਤਲਬ ਆਪਾਂ ਇਹ ਕਹਿ ਰਹੇ ਕਿ ਪਾਸਟ ਲੰਘੇ ਹੋਏ ਸਮੇਂ ਦੇ ਵਿੱਚ ਟੌਮ ਦੀ ਚਾਬੀ ਜਿਹੜੀ ਖੋ ਗਈ ਸੀ, ਹੋ ਸਕਦਾ ਹੁਣ ਮਿਲ ਗਈ ਹੋਵੇ, ਹੋ ਸਕਦਾ ਨਾ ਵੀ ਮਿਲੀ ਹੋਵੇ, ਆਪਾਂ ਨੂੰ ਕੁਝ ਨਹੀਂ ਪਤਾ, ਆਪਾਂ ਸਿਰਫ ਪਾਸਟ ਦੀ ਗੱਲ ਕਰ ਰਹੇ ਹਾਂ। ਸਮਝ ਆ ਗਈ ਨਾ, ਠੀਕ ਹੈ। ਵੀ ਨੋ ਓਨਲੀ ਦੈਟ ਹੀ ਲੋਸਟ ਇਟ ਐਟ ਸਮ ਟਾਈਮ ਇਨ ਦ ਪਾਸਟ, ਦੇਖੋ ਆਪਾਂ ਸਿਰਫ ਇੰਨੀ ਗੱਲ ਜਾਣਦੇ ਹਾਂ ਜੇਕਰ ਇਹ ਗੱਲ ਕਹਿੰਦੇ ਆ ਟੌਮ ਲੋਸਟ ਹਿਜ਼ ਕੀ, ਵੀ ਲੰਘੇ ਹੋਏ ਸਮੇਂ ਦੇ ਵਿੱਚ ਪਾਸਟ ਦੇ ਵਿੱਚ ਜਿਹੜਾ ਟੌਮ ਹੈ ਉਸਦੀ ਚਾਬੀ ਖੋ ਗਈ ਸੀ, ਪ੍ਰੈਜ਼ੈਂਟ ਦਾ ਆਪਾਂ ਨੂੰ ਕੁਝ ਨਹੀਂ ਪਤਾ ਲੱਭ ਗਈ ਜਾਂ ਨਹੀਂ ਲੱਭ ਗਈ। ਓਕੇ,
ਹੁਣ देखो कंपेयर करो प्रेजेंट परफेक्ट ते पास्ट सिंपल नूं। देखो उपरला सेंटेंस पढ़ो, दे हैव गॉन अवे। दे हैव गॉन अवे का मतलब कि वो जा चुके ने किते, मतलब घरों किते जा चुके ने बाहर। दे हैव गॉन अवे, दे विल बी बैक ऑन फ्राइडे, भी वो शुक्रवार नूं वापस आउणगे। दे हैव गॉन अवे का मतलब भी इस वक्त वो इत्थे नहीं है, वो जा चुके ने। देखो दे आर अवे नाउ, इस वक्त वो बाहर ने, शुक्रवार ਨੂੰ ਆਉਣਗੇ ਵੀ ਇਸ ਵਕਤ ਪ੍ਰੈਜ਼ੈਂਟ ਦੇ ਵਿੱਚ ਇੱਥੇ ਉਹ ਨਹੀਂ ਹੈਗੇ। ਬਟ ਜੇਕਰ ਆਪਾਂ ਇਹ ਗੱਲ ਕਹਿੰਦੇ ਆ ਦੇ ਵੈਂਟ ਅਵੇ, ਉਹ ਬਾਹਰ ਗਏ ਸੀ, ਤਾਂ ਆਪਾਂ ਪਾਸਟ ਦੀ ਗੱਲ ਦੱਸਦੇ ਆ ਵੀ 2 ਦਿਨ ਪਹਿਲਾਂ ਜਾਂ 4 ਦਿਨ ਪਹਿਲਾਂ ਉਹ ਗਏ ਸੀ ਬਾਹਰ। ਹੋ ਸਕਦਾ ਹੈ ਪ੍ਰੈਜ਼ੈਂਟ ਦੇ ਵਿੱਚ ਇੱਥੇ ਹੀ ਹੋਣ। ਦੇਖੋ ਇਹ ਕਹਿ ਰਿਹਾ ਦੇ ਵੈਂਟ ਅਵੇ, ਉਹ ਗਏ ਸੀਗੇ, ਬਾਹਰ ਗਏ ਸੀ। ਬਟ ਪਰੰਤੂ ਆਈ ਥਿੰਕ, ਮੈਨੂੰ ਲੱਗਦਾ ਹੈ ਦੇ ਆਰ ਬੈਕ ਐਟ ਹੋਮ ਨਾਓ, ਲੱਗਦਾ ਹੁਣ ਸ਼ਾਇਦ ਉਹ ਘਰੇ ਵਾਪਸ ਆ ਗਏ। ਦੇਖੋ ਪ੍ਰੈਜ਼ੈਂਟ ਦੇ ਵਿੱਚ ਸ਼ਾਇਦ ਉਹ ਵਾਪਸ ਆ ਗਏ, ਬਟ ਆਪਾਂ ਸਿਰਫ ਉਹਨਾਂ ਦੀ ਪਾਸਟ ਦੀ ਗੱਲ ਦੱਸ ਰਹੇ ਹਾਂ ਵੀ ਪਾਸਟ ਦੇ ਵਿੱਚ ਉਹ ਗਏ ਸੀ ਬਾਹਰ। ਪਰ ਜੇਕਰ ਇੱਥੇ ਦੱਸਦੇ ਆ, ਇੱਥੇ ਦੇ ਹੈਵ ਗੌਨ ਅਵੇ, ਵੀ ਉਹ ਬਾਹਰ ਜਾ ਚੁੱਕੇ ਨੇ। ਪ੍ਰੈਜ਼ੈਂਟ ਦੇ ਵਿੱਚ ਵੀ ਇੱਥੇ ਇਸ ਵਕਤ ਉਹ ਨਹੀਂ ਹੈਗੇ। ਸਿੰਪਲ ਜੀ ਗੱਲ ਹੈ। ਦੇਖੋ ਪ੍ਰੈਜ਼ੈਂਟ ਪਰਫੈਕਟ ਤੇ ਪਾਸਟ ਇੰਡੈਫੀਨਿਟ ਹੋ ਗਿਆ A ਪਾਰਟ। ਹੁਣ B ਦੇ ਵਿੱਚ ਆ ਜਾਓ, ਕੁਝ ਗੱਲਾਂ ਥੋੜ੍ਹੀਆਂ ਸਮਝਣ ਵਾਲੀਆਂ ਨੇ। ਦੇਖੋ ਧਿਆਨ ਦੇ ਵਿੱਚ ਰੱਖਿਓ। देखो पढ़ो की कह रहे ने। यू कैन यूज द प्रेजेंट परफेक्ट, तुसी प्रेजेंट परफेक्ट टेंस का यूज कर सकते हो कदों? फॉर न्यू और रीसेंट हैपनिंग। हैपनिंग हुंदी है घटना। देखो जदों आपां किसी नवी घटना या फिर रीसेंट भी हुंदा हुणे हुणे नवा, जदों आपां किसी नवी घटना के बारे, जेड़ी कोई घटना हुणे हुई है, लगभग हुणे हुई है, उस दे बारे गल करदे हां, तां उदों आपां प्रेजेंट परफेक्ट का यूज कर सकते हैं। जिस तरह देखो आई हैव रिपेयर्ड माई बाइक, मैं अपनी बाइक है जी वो रिपेयर कर चुका हाँ, मतलब कि इट्स वर्किंग ओके नाउ, हुण ये वधिया काम कर दी है। तो इसका मतलब की हो गया भी मैं अपनी जी बाइक है कहता वो रिपेयर कर चुका हाँ, या फिर कह लो मैं अपनी बाइक रिपेयर कर दी है। मतलब कि यह काम है जो हुणे होया रीसेंट, ये काम हुणे होया रीसेंट, अपनी बाइक मैं रिपेयर कर ली, तो अपने प्रेजेंट परफेक्ट का की है मतलब कि यूज किया है, क्योंकि बाइक अपनी इस वक्त ठीक है, रिपेयर हो चुकी है। ठीक है। बट जो पास्ट है देखो यूज द पास्ट सिंपल नॉट प्रेजेंट परफेक्ट है ना, पास्ट सिंपल फॉर थिंग्स दैट आर नॉट रीसेंट और न्यू। पास्ट सिंपल का यूज आप उदों करते हैं जदों जिहड़ियां चीज़ां या घटनावां रीसेंट या फिर नवीं नहीं हैगियां, मतलब कि पुरानियां हुंदियां ने। पुरानियां किस तरह? जिस तरह देखो अपने को एक एग्जाम्पल है, मोजार्ट वॉज अ कंपोजर। जिहड़ा मोजार्ट है वो एक कंपोजर सी। देखो मोजार्ट एक लिखारी सीगा जिहड़ा कि म्यूजिक दे संबंधित विच है ना, कोई ला लो तुसीं ये समझ लो वैसे गाने लिखदा सीगा अपने सीधा उहदे विच है ना, सीधे ढंग दे विच। जिहड़ा मोजार्ट है वो कंपोजर सीगा, वो गाने लिखदा सीगा है ना। हुण मोजार्ट आपां नूं पता है कि काफ़ी टाइम पुराना जिहड़ा कंपोजर हैगा, बहुत समा पुराना है। ही रोट मोर दैन 600 पीसिस ऑफ म्यूजिक, उसने 600 तो भी वध म्यूजिक पीसिस ने जिहड़े ओह मतलब कि लिखे सीगे, मतलब 600 तो भी वध उसने गाने ने जिहड़े ओह कह सकते हैं सॉन्ग ने ओह लिखे। हुण इत्थे देखो मोजार्ट ये नवीं रीसेंट गल नहीं हैगी, मोजार्ट बहुत पुराना जिहड़ा ओह लेखक है, तां करके इत्थे आपां ही रोट आपां पास्ट इंडेफिनिट का यूज किया। ही हैज़ रिटन आपां नहीं कहांगे। ठीक है। ही हैज़ रिटन आप किसी व्यक्ति के लिए उदों कहांगे, मान लो अपने सामने कोई व्यक्ति बैठा है, जां मान लो अपने सामने नहीं भी बैठा, आप टीवी देख रहे हाँ, किसी राइटर ने नवा गाना लिखा हुणे 1-2 दिन पहला, वो टीवी पर चल रहा है, हुणे कंपोज होया, तो उदों आप कह सकते हैं ही हैज़ रिटन अ न्यू सॉन्ग। ही हैज़ रिटन अ न्यू सॉन्ग, भी उसने नवा सॉन्ग है जो लिख दिता, भी हुणे लिखा, रीसेंट काम होया है, कल या परसों ही मार्केट के विच आया, तो उदों आप प्रेजेंट परफेक्ट का यूज करांगे। ये आप उसके पास्ट दी गल्लां कर रहे हैं भी 600 तो वध उसने म्यूजिक के पीसिस लिखे ने, सॉन्ग्स लिखे ने है ना, तो ही रोट आप कहा। अगली एग्जाम्पल भी देखो, माई मदर ग्रू अप हुंदा है बड़े होना, मतलब पाल पोस के जिवें आपां कहने बड़ा होना, पलना किसी जगह ते। माई मदर ग्रू अप इन इटली, जिहड़ी मेरी माता है वो इटली दे विच पली वड्डी है, भी इटली दे विच ही उसदा पालन पोषण उसदा होया, इटली दे विच ही उसदी एज वड्डी हुई है। हुण इत्थे भी आपां माई मदर ग्रू अप, देखो ग्रो दी सैकेंड फॉर्म ग्रू अप पास्ट इंडेफिनिट यूज किया, क्योंकि इत्थे आपां गल कर रहे हैं मेरी माता भी वड्डी हुई है, इटली दे विच ही पली है। हुण ये तां नहीं है भी वो एक रीसेंटली ही वड्डी हो गई एकदम ही, उसका बचपन भी लंघिया है, उसकी जवानी भी लंघी है, पुरानी गल हो गई ओल्ड। यह गल कोई रीसेंट या न्यू तो है नहीं, ये पुरानी गल है, तां करके आपां ने माई मदर ग्रू अप इन इटली।
ओके समझ गल आ गई ना, पुरानी गल हो गई। हुण कंपेयर इत्थे भी चलो एक बार कंपेयर कर लो। देखो दो एग्जाम्पल ने, पहली देखो somebody हैज़ इन्वेंटेड, इन्वेंट हुंदा है किसी चीज़ की कोई खोज करनी ला लो है ना, ਜਾਂ किसी चीज़ की खोज करनी, कोई चीज़ इन्वेंट करना, जिवें आपां कोई नवीं चीज़ कोई बनाउंदा हैगा है ना, उस तरह somebody has invented a new type of washing machine, कहंदा किसी ने somebody किसी ने एक नवीं जिहड़ी washing machine है, नवें टाइप की एक washing machine है जिहड़ी उसकी खोज की है। ठीक है, उसकी खोज की है मतलब कि रीसेंट काम हो गया, ये रीसेंट या न्यू काम हो गया भी पहला वॉशिंग मशीन होर टाइप की सी, हुण किसी ने एक नवे टाइप की जिहड़ी वॉशिंग मशीन है ना, न्यू वॉशिंग मशीन है, उसनूं इन्वेंट किया है। तो somebody हैज़ इन्वेंटेड प्रेजेंट परफेक्ट हो गया। बट जेकर आप इस तरह कहने आ, मान लो आप किसी तो कुछ पूछते हैं, कोई पुरानी गल पूछते हैं, देखो हू इन्वेंटेड द टेलीफोन, टेलीफोन की कार्ड किसने कढ़ी सी, इन्वेंट का मतलब कार्ड कढ़ना किसी चीज़ की है ना। हुण देखो टेलीफोन कोई अज का तो है नहीं, रीसेंट तो गल है नहीं टेलीफोन की, टेलीफोन तो बहुत पुराना है। हाँ जेकर इत्थे भी आप ये गल कहांगे भी किसी ने एक नवे टाइप का टेलीफोन है उसकी कार्ड कढ़ी है, नवे टाइप का टेलीफोन, फिर आप प्रेजेंट परफेक्ट कह सकते हैं। बट इत्थे तो सिंपल आप टेलीफोन के बारे पूछ रहे हैं भी टेलीफोन की कार्ड किसने कढ़ी सी, तो यह बहुत पुरानी गल है, तो इस करके आप इसनूं पास्ट इंडेफिनेट दे विच पूछा। देखो हू इन्वेंटेड द टेलीफोन, हू आ गया, हू दे विच सबजैक्ट भी विच शामिल हुंदा है ना, हू आ गया, इन्वेंटेड वर्ब की सैकेंड फॉर्म आ गई, द टेलीफोन, हू इन्वेंटेड द टेलीफोन। गल समझ आ गई ना, बिल्कुल ईजी है, ये चीज़ भी ध्यान रखनी है। हुण आ जाओ थर्ड पॉइंट ते, थर्ड पॉइंट नूं भी थोड़ा जिहा ध्यान नाल समझिओ, बिल्कुल ईजी काम है। इस दे विच की कह रहा है, देखो वी यूज द प्रेजेंट परफेक्ट टू गिव न्यू इन्फॉर्मेशन, जदों आपां किसी नूं कोई नवीं इन्फॉर्मेशन दिंदे आ, जिवें आपां ये भी नवीं इन्फॉर्मेशन ही है, टॉम हैज़ लॉस्ट हिज की, टॉम अपनी चाबी गवा चुका है, इन्फॉर्मेशन तो नवीं ही है। जो आप कहने somebody हैज़ इन्वेंटेड अ न्यू वॉशिंग मशीन, ये भी एक नवीं गल ही है ना, सारियां नवीं गल्लां ही ने। आई हैव रिपेयर्ड माई बाइक, ये भी एक इन्फॉर्मेशन तो नवीं ही है भी मेरी बाइक मैं रिपेयर कर चुका हाँ। तो आप प्रेजेंट परफेक्ट का यूज़ करते हैं टू गिव अ न्यू इन्फॉर्मेशन, नवीं इन्फॉर्मेशन जो आप किसी को दिंने प्रेजेंट परफेक्ट का यूज़ करते हैं। बट इफ वी कंटिन्यू टू टॉक अबाउट इट, पर जेकर आप उस चीज़ के बारे लगातार अगे होर गल करते जाने, वी नॉर्मली यूज द पास्ट सिंपल, उदों आप पास्ट सिंपल की गल करते हैं। हुण नवीं ये गल समझो किस तरह, नवीं इन्फॉर्मेशन किस तरह, जिवें मान लो आप कहने, देखो आप इस एग्जाम्पल के नाल इत्थे आप गल कर लैंदे हां, जिवें ए है पहला, ए बल्ला सब तो पहला देखो ए बंदा बोल रहा है, ए एक पर्सन है, ठीक है, ए ते बी गल कर रहे हैं, तो ए कह रहा है बैन वॉन्ट बी एबल टू प्ले टैनिस फॉर अ वाइल, कहना जो बैन है, बैन जिहदा नाम है, कहना वो टैनिस खेडन दे योग नहीं हैगा, वो टैनिस खेड नहीं सकता, क्यों नहीं खेड सकता, अगे दस रहा है ही हैज़ ब्रोकन हिज आर्म, ही हैज़ ब्रोकन हिज आर्म मतलब उसकी बांह जी वो टुट चुकी है। देखो एक नवीं इन्फॉर्मेशन होगी ना, आप किसी को दस रहे हैं, कोई बंदा आपको कहता है भी जो बैन है बैन टैनिस खेडूगा, तो आप उसको दस रहे हैं भी भाई बैन टैनिस नहीं खेड सकता, वो कहता क्यों नहीं खेड सकता, तो आप कहा भी यार उसकी बांह टुट गई, मतलब कि बांह टुटन का जो काम है आप प्रेजेंट के विचों कंप्लीट हो गया। देखो प्रेजेंट की गल हो रही है भी प्रेजेंट के विच भी उसकी बांह जी वो टुटी हुई है, ਇਹਦਾ मतलब ਤਾਂ ही नहीं वो खेड सकता, तो आप कह रहे हैं ही हैज़ ब्रोकन हिज आर्म, तो प्रेजेंट परफेक्ट बनाता, ही हैज़ ब्रोकन हिज आर्म, उसकी जी बांह है वो टुट गई, तो सिंपल है, नवीं इन्फॉर्मेशन है, आपने प्रेजेंट परफेक्ट बनाता। हुण जेकर इसे टॉपिक ते अगे होर गल चलूगी, हुण बी है जिहड़ा बी हुण पुछदा भी उसकी बांह किवें टुटी, तो हुण जदों आपां इह गल पुछदे हुंदे आ, देखो आपां किस तरह पुछांगे, मान लो मैं कहना भी यार बैन नहीं खेड सकदा, उसकी जिहड़ी बांह है वो टुट चुकी है, हुण जिहड़ा अग्गों हुण क्वेश्चन पुछूगा वो एवें थोड़ी पुछूगा उसकी बांह किवें टुट चुकी है, किवें टुट चुकी है नहीं, वो हमेशा फिर पास्ट दे विच जांदी हुंदी है, वो जिहड़ी कॉन्वरसेशन है, जिहड़ी तां बांह टुटी है प्रेजेंट दे विच टुट चुकी है, तो आप कहता उसकी बांह टुट चुकी है प्रेजेंट दे विच। हुण जदों अगला बंदा पुछूगा बी ये बांह टुटी किवें, टुटी तां पास्ट दे विच सी, तां जिहड़ी वो कॉन्वरसेशन है वो पास्ट दे विच वग जांदी है, वो फिर पुछूगा भी बांह किवें टुटी पास्ट दे विच। हुण आपां चले गए देखो इधर पास्ट दे विच भी बांह किवें टुटी, हुण जिहड़ी आपां भी उसनूं गल दस्सांगे बांह किवें टुटी, तां आपां दस्सांगे मैं पौड़ी ते चढ़िया, फिर मैं पौड़ी तो डिग्गिया, फिर मेरी पास्ट दे विच, फिर आपां प्रेजेंट दे विच फिर आ जांगे, फिर मेरी बांह जिहड़ी वो टुट गई, मतलब जी गलबात होंगी है पास्ट दे विच चल जाती है। फिर वो जिस तरह इन्हें कहता भी उसकी बांह टुट चुकी है, तो देखो बी कहता कहना जिवें आपां कहने हुंदे ओ भी बांह टुट गई अफसोस करे इसने, अगे पुछ रहा हाउ डिड दैट हैपन, हाउ डिड दैट हैपन, देखो हाउ डिड दैट हैपन ये पास्ट इंडेफिनिट हो गया, पास्ट इंडेफिनिट दा इंटैरोगेटिव, हुणे पुछ रहा हाउ डिड दैट हैपन भी ये किवें होया,
ਹੁਣ ਇਹ ਪਾਸਟ ਦੇ ਵਿੱਚ ਚਲਿਆ ਗਿਆ ਕਨਵਰਸੇਸ਼ਨ ਵੀ ਇਹ ਗੱਲ ਕਿਵੇਂ ਹੋਈ, ਵੀ ਪਾਸਟ ਦੇ ਵਿੱਚ ਬਾਂਹ ਕਿਵੇਂ ਟੁੱਟੀ। ਤਾਂ ਇਹ ਹੈ ਜਿਹੜਾ ਦੁਬਾਰੇ ਕਹਿ ਰਿਹਾ ਹੀ ਫੈਲ ਆਫ। ਦੇਖੋ ਫਾਲ ਹੁੰਦਾ ਗਿਰਨਾ, ਫਾਲ ਦੀ ਸੈਕੰਡ ਫਾਰਮ ਹੈ ਫੈਲ ਆਫ, ਗਿਰਨਾ। ਹੀ ਫੈਲ ਆਫ ਅ ਲੈਡਰ, ਕਹਿੰਦਾ ਉਹ ਪੌੜੀ ਤੋਂ ਗਿਰ ਗਿਆ। ਹੁਣ ਜਦੋਂ ਉਹ ਪੌੜੀ ਤੋਂ ਗਿਰਿਆ ਸੀ, ਉਹ ਪੌੜੀ ਦੇ ਵਿੱਚ ਪ੍ਰੈਜੈਂਟ ਤੋਂ ਤਾਂ ਨਹੀਂ ਗਿਰਿਆ, ਪ੍ਰੈਜੈਂਟ ਦੇ ਵਿੱਚ ਤਾਂ ਉਹਦੀ ਬਾਂਹ ਟੁੱਟ ਗਈ, ਪੌੜੀ ਤੋਂ ਤਾਂ ਉਹ ਪਾਸਟ ਦੇ ਵਿੱਚ ਗਿਰਿਆ ਸੀ। ਤਾਂ ਇਹ ਗੱਲ ਆਪਾਂ ਉਸ ਦੀ ਪਾਸਟ ਵਾਲੀ ਦੱਸ ਰਹੇ ਹਾਂ ਵੀ ਪੌੜੀ ਤੋਂ ਗਿਰਿਆ, ਤਾਂ ਦੇਖੋ ਇਹ ਪਾਸਟ ਇੰਡੈਫੀਨੇਟ ਹੋ ਗਿਆ। ਠੀਕ ਹੈ, ਤਾਂ ਇਸ ਤਰ੍ਹਾਂ ਜਦੋਂ ਆਪਾਂ ਕੋਈ ਨਵੀਂ ਇਨਫੋਰਮੇਸ਼ਨ ਕਿਸੇ ਨੂੰ ਦਿੰਨੇ ਆ, ਜੇਕਰ ਉਸ ਇਨਫੋਰਮੇਸ਼ਨ ਦੇ ਬਾਰੇ ਆਪਾਂ ਹੋਰ ਡਿਟੇਲ ਦੇ ਵਿੱਚ ਗੱਲ ਕਰਨ ਲੱਗ ਜਾਈਏ ਵੀ ਇਹ ਜਿਹੜੀ ਘਟਨਾ ਹੈ ਪ੍ਰੈਜੈਂਟ ਦੇ ਵਿੱਚ ਜਿਹੜੀ ਘਟਨਾ ਹੋ ਚੁੱਕੀ ਹੈ ਉਹ ਹੋਈ ਕਿਵੇਂ, ਤਾਂ ਹੋਈ ਤਾਂ ਪਾਸਟ ਦੇ ਵਿੱਚ ਉਸ ਦਾ ਰੀਜ਼ਨ ਰਿਹਾ ਹੋਊਗਾ। ਫਿਰ ਆਪਾਂ ਪਾਸਟ ਦੇ ਵਿੱਚ ਚੱਲ ਜੰਨੇ ਆ, ਫਿਰ ਉੱਥੇ ਪਾਸਟ ਇੰਡੈਫੀਨੇਟ ਜਿਹੜਾ ਉਹ ਚੱਲਦਾ ਜਾਂਦਾ। ਇਹ ਚੀਜ਼ ਤੁਸੀਂ ਨੇ ਯਾਦ ਰੱਖਣੀ ਹੈ। ਠੀਕ ਹੈ, ਤਾਂ ਇਹ ਸਾਰੇ ਰੂਲਸ ਨੇ ਜਿਹੜੇ ਆਪਣੇ ਮਾਈਂਡ ਦੇ ਵਿੱਚ ਰੱਖਣੇ ਨੇ। ਕਾਪੀ ਦੇ ਉੱਪਰ ਸਾਰੇ ਰੂਲਸ ਨੇ ਜਿਹੜੇ ਉਹ ਲਿਖਿਆ ਕਰੋ। ਉਸ ਤੋਂ ਬਾਅਦ ਐਕਸਰਸਾਈਜ਼ਸ ਨੇ ਜਿਹੜੀਆਂ ਉਹ ਫਿਰ ਤੁਹਾਨੂੰ ਕਰਨ ਦੇ ਵਿੱਚ ਥੋੜੀ ਜੀ ਆਸਾਨੀ ਹੁੰਦੀ ਹੈ। ਐਂਡ ਇਸ ਤੋਂ ਅੱਗੇ ਦੇਖੋ ਹੁਣ ਆਪਣੀ ਇਸ ਯੂਨਿਟ ਦੀ ਜਿਹੜੀ ਆਪਣੀ ਫਸਟ ਐਕਸਰਸਾਈਜ਼ ਹੈ ਉਹ ਆਪਾਂ ਕਰਦੇ ਹਾਂ। ਇਸ ਦੇ ਵਿੱਚ ਕੀ ਕਰਨਾ, ਦੇਖੋ ਆਰ ਦਾ ਅੰਡਰਲਾਈਨਡ ਪਾਰਟਸ ਆਫ ਥੀਸ ਸੈਂਟੈਂਸਸ। ਓਕੇ, ਵੀ ਜਿਹੜੇ ਇਹ ਸੈਂਟੈਂਸ ਨੇ ਇਹਨਾਂ ਦੇ ਜਿਹੜੇ ਅੰਡਰਲਾਈਨ ਕੀਤੇ ਗਏ ਪਾਰਟਸ ਨੇ ਹਨਾ, ਕੀ ਉਹ ਸਹੀ ਨੇ? ਕਰੈਕਟ them where necessary, ਜੇਕਰ ਤੁਹਾਨੂੰ ਲੱਗਦਾ ਸਹੀ ਨਹੀਂ ਹੈਗੇ ਤਾਂ ਉਹਨਾਂ ਨੂੰ ਸਹੀ ਕਰੋ। ਠੀਕ ਹੈ, ਤਾਂ ਉਸ ਹਿਸਾਬ ਨਾਲ ਆਪਾਂ ਨੇ ਦੇਖਣਾ ਕਿ ਪ੍ਰੈਜੈਂਟ ਪਰਫੈਕਟ ਬਣਨਾ ਜਾਂ ਪਾਸਟ ਇੰਡੈਫੀਨੇਟ ਬਣਨਾ ਹੈ ਨਾ। ਇਹਨਾਂ ਨੇ ਜੋ ਵੀ ਬਣਾਇਆ ਹੋਇਆ, ਇਹਨਾਂ ਨੇ ਬੇਸ਼ੱਕ ਪ੍ਰੈਜੈਂਟ ਪਰਫੈਕਟ ਬਣਾਇਆ ਹੋਇਆ, ਬੇਸ਼ੱਕ ਪਾਸਟ ਇੰਡੈਫੀਨੇਟ ਬਣਾਇਆ ਹੋਇਆ, ਆਪਾਂ ਨੇ ਸੈਂਟੈਂਸ ਦੀ ਸੈਂਸ ਦੇ ਮੁਤਾਬਕ ਦੇਖਣਾ ਹੈ ਕਿ ਪਾਸਟ ਇੰਡੈਫੀਨੇਟ ਬਣੇਗਾ ਜਾਂ ਪ੍ਰੈਜੈਂਟ ਪਰਫੈਕਟ। ਹੁਣ ਜਿਸ ਤਰ੍ਹਾਂ ਫਸਟ ਹੈ, ਇਹ ਫਸਟ ਦੇ ਵਿੱਚ ਕਹਿ ਰਿਹਾ ਹੈ ਡਿਡ ਯੂ ਹੀਅਰ ਅਬਾਊਟ ਸੋਫੀ। ਇੱਕ ਬੰਦਾ ਕਿਸੇ ਦੂਸਰੇ ਬੰਦੇ ਲਵੇ ਜਾ ਕੇ ਕਹਿੰਦਾ ਕੀ ਤੁਸੀਂ ਸੋਫੀ ਦੇ ਬਾਰੇ ਸੁਣਿਆ? ਸ਼ੀ ਹੈਜ਼ ਗਿਵਨ ਅਪ ਹਰ ਜੌਬ, ਉਸਨੇ ਆਪਣੀ ਜੌਬ ਛੱਡ ਦਿੱਤੀ। ਹੁਣ ਦੇਖੋ ਇਹ ਕੀ ਗੱਲ ਕਹਿ ਰਿਹਾ, ਇਹ ਕਿਸੇ ਬੰਦੇ ਕੋਲ ਆ ਕੇ ਕਹਿ ਰਿਹਾ ਵੀ ਕੀ ਤੁਸੀਂ ਸੋਫੀ ਦੇ ਬਾਰੇ ਸੁਣਿਆ, ਉਸਨੇ ਆਪਣੀ ਜੌਬ ਹੈ ਜਿਹੜੀ ਉਹ ਛੱਡਤੀ। ਦੇਖੋ ਇਹ ਸਿਰਫ ਪ੍ਰੈਜੈਂਟ ਦੀ ਗੱਲ ਹੋ ਰਹੀ ਹੈ। ਇੱਕ ਬੰਦਾ ਦੂਸਰੇ ਬੰਦੇ ਨਾਲ ਜਦੋਂ ਆ ਕੇ ਗੱਲ ਕਰ ਰਿਹਾ ਫੇਸ ਟੂ ਫੇਸ, ਤਾਂ ਉਸ ਨੂੰ ਜਦੋਂ ਆਪਾਂ ਕੁਝ ਕਹਾਂਗੇ ਕਿ ਸੋਫੀ ਦੇ ਬਾਰੇ, ਥਰਡ ਪਰਸਨ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਕਿ ਸੋਫੀ ਨੇ ਆਪਣੀ ਜੌਬ ਹੈ ਜਿਹੜੀ ਉਹ ਛੱਡਤੀ, ਮਤਲਬ ਉਹ ਆਪਣੀ ਜੌਬ ਛੱਡ ਚੁੱਕੀ ਹੈ। ਪ੍ਰੈਜੈਂਟ ਦੇ ਵਿੱਚ ਉਸ ਦੇ ਕੋਲ ਜੌਬ ਹੈ ਜਿਹੜੀ ਉਹ ਨਹੀਂ ਹੈਗੀ। ਤਾਂ ਬਿਲਕੁਲ ਰਾਈਟ ਹੈ, ਇੱਥੇ ਪਾਸਟ ਵਗੈਰਾ ਦੀ ਕੋਈ ਗੱਲ ਨਹੀਂ ਹੋ ਰਹੀ, ਤਾਂ ਇਸ ਨੂੰ ਬਿਲਕੁਲ ਆਪਾਂ ਓਕੇ ਕਹਾਂਗੇ। ਇਹ ਬਿਲਕੁਲ ਓਕੇ, ਇਸ ਦੇ ਵਿੱਚ ਕੋਈ ਗਲਤੀ ਨਹੀਂ। ਸ਼ੀ ਹੈਜ਼ ਗਿਵਨ ਅਪ ਹਰ ਜੌਬ। ਬਟ ਅਗਲਾ ਦੇਖੋ ਸੈਕਿੰਡ, ਇਹ ਆਪਾਂ ਪਹਿਲਾਂ ਵੀ ਕੀਤਾ ਹੈ ਨਾ ਐਗਜ਼ਾਮਪਲ ਦੇ ਵਿੱਚ, ਮਾਈ ਮਦਰ ਹੈਜ਼ ਗਰੋਨ ਅਪ ਇਨ ਇਟਲੀ। ਜਿਹੜੀ ਮੇਰੀ ਮਾਤਾ ਹੈ ਉਹ ਇਟਲੀ ਦੇ ਵਿੱਚ ਹੀ ਮਤਲਬ ਵੱਡੀ ਹੋਈ ਹੈ, ਪਲੀ ਵੱਡੀ ਹੈ, ਵੀ ਮਤਲਬ ਉਸ ਦਾ ਸਾਰਾ ਜਿਹੜਾ ਜੀਵਨ ਹੈ, ਸਾਰੀ ਲਾਈਫ ਹੈ ਇਟਲੀ ਦੇ ਵਿੱਚ ਉਸਨੇ ਬਤੀਤ ਕੀਤੀ ਹੈ। ਹੁਣ ਦੇਖੋ ਇਹਨਾਂ ਨੇ ਬਣਾਇਆ ਹੈਜ਼ ਗਰੋਨ ਅਪ, ਇਹਨਾਂ ਨੇ ਪ੍ਰੈਜੈਂਟ ਪਰਫੈਕਟ ਬਣਾਤਾ। ਬਟ ਜਿਹੜੀ ਇਹ ਗੱਲ ਹੈ ਇਹ ਰੀਸੈਂਟ ਨਹੀਂ ਹੈਗੀ। ਆਪਾਂ ਪ੍ਰੈਜੈਂਟ ਪਰਫੈਕਟ ਉਦੋਂ ਬਣਾਉਣੇ ਆ ਜਦੋਂ ਪ੍ਰੈਜੈਂਟ ਦੇ ਵਿੱਚ ਜਿਹੜੀ ਘਟਨਾ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਉਹ ਪ੍ਰੈਜੈਂਟ ਦੇ ਵਿੱਚ ਉਸ ਵਕਤ ਹੋਈ ਹੈ। ਹੁਣ ਇਹ ਵੱਡੀ ਇਸ ਵਕਤ ਪ੍ਰੈਜੈਂਟ ਦੇ ਵਿੱਚ ਤਾਂ ਹੋਈ ਨਹੀਂ। ਜਾਂ ਫਿਰ ਆਪਾਂ ਪ੍ਰੈਜੈਂਟ ਪਰਫੈਕਟ ਬਣਾਉਣੇ ਆ ਜਦੋਂ ਕੋਈ ਘਟਨਾ ਰੀਸੈਂਟ ਜਾਂ ਨਿਊ ਹੁੰਦੀ ਹੈ। ਹੁਣ ਇਹ ਨਾ ਤਾਂ ਰੀਸੈਂਟ ਘਟਨਾ ਹੈ ਨਾ ਨਿਊ ਹੈ, ਕਿਉਂਕਿ ਇੱਕਦਮ ਤਾਂ ਕੋਈ ਵੱਡੀ ਹੁੰਦੀ ਨਹੀਂ। ਉਸ ਦੀ ਪੂਰੀ ਜ਼ਿੰਦਗੀ ਬਚਪਨ ਲੰਘਿਆ ਹੈ, ਜਵਾਨੀ ਲੰਘੀ ਹੈ, ਇਹ ਓਲਡ ਹੈ, ਮਤਲਬ ਇਹ ਜਿਹੜੀ ਗੱਲ ਹੈ ਇਹ ਪੁਰਾਣੀ ਹੈ। ਤਾਂ ਇਸ ਕਰਕੇ ਇੱਥੇ ਆਪਾਂ ਪ੍ਰੈਜੈਂਟ ਪਰਫੈਕਟ ਨਾ ਬਣਾ ਕੇ ਇਸ ਨੂੰ ਆਪਾਂ ਕੀ ਬਣਾਵਾਂਗੇ, ਇਸ ਨੂੰ ਆਪਾਂ ਪਾਸਟ ਇੰਡੈਫੀਨੇਟ ਬਣਾਵਾਂਗੇ। ਤਾਂ ਆਪਾਂ ਕਹਾਂਗੇ ਮਾਈ ਮਦਰ, ਜਿਹੜਾ ਅੰਡਰਲਾਈਨ ਆਪਣਾ ਹੈਗਾ ਹਿੱਸਾ ਉਸ ਨੂੰ ਆਪਾਂ ਨੇ ਠੀਕ ਕਰਨਾ ਹੈ, ਮਾਈ ਮਦਰ। ਤਾਂ ਮਾਈ ਮਦਰ ਇਹਨਾਂ ਨੇ ਹੈਜ਼ ਗਰੋਨ ਅਪ ਲਿਖਿਆ, ਆਪਾਂ ਵਰਬ ਦੀ ਸੈਕਿੰਡ ਫਾਰਮ ਦਾ ਯੂਜ਼ ਕਰਾਂਗੇ ਗ੍ਰੀਊ ਅਪ। ਮਾਈ ਮਦਰ ਗ੍ਰੀਊ ਅਪ, ਬਾਕੀ ਉਹੀ ਆ ਜਾਏਗਾ ਪਿਛਲਾ ਜੋ ਵੀ ਹੈ ਇਨ ਇਟਲੀ। ਥਰਡ ਦੇਖੋ ਹਾਊ ਮੈਨੀ ਪਲੇਜ਼ हैज विलियम शेक्सपीयर रिटन। ये कह रहा है विलियम शेक्सपीयर ने किन्ने प्लेज ने जेडे वो लिखे ने। हुण इत्थे गल हो रही है विलियम शेक्सपीयर दी। देखो जे तां गल इस तरह हुंदी, मान लो, क्योंकि गल कदों भी हो सकती है, आपां नूं टाइमिंग किहड़ा दसी हुई है भी किहड़ी सदी की गल हो रही है, आपां नूं इस दे ਜਿਹੜਾ ਸਵਾਲ ਕਰਨ ਤੋਂ ਹੀ ਪਤਾ ਲੱਗਦਾ ਹੈ। ਜੇ ਤਾਂ ਦੇਖੋ ਇਹ ਗੱਲ ਕਹਿੰਦਾ ਕੋਈ ਕਿਸੇ ਰਾਈਟਰ ਬਾਰੇ ਵੀ, ਕਿਸੇ ਰਾਈਟਰ ਨੇ ਤੁਹਾਨੂੰ ਪਤਾ ਹੈ ਕਿਹੜਾ ਉਸ ਦਾ ਪਲੇ ਹੈ ਜਿਹੜਾ ਉਸਨੇ ਨਵਾਂ ਪਲੇ ਲਿਖਿਆ ਵੀ ਉਹ ਪਲੇ ਲਿਖ ਚੁੱਕਿਆ, ਫਿਰ ਤਾਂ ਚਲੋ ਠੀਕ ਸੀ। ਹੁਣ ਇਹ ਵਿਲੀਅਮ ਸ਼ੇਕਸਪੀਅਰ ਦੇ ਸਾਰੇ ਪਲੇਜ਼ ਦੇ ਬਾਰੇ ਗੱਲ ਕਰ ਰਿਹਾ ਵੀ ਵਿਲੀਅਮ ਸ਼ੇਕਸਪੀਅਰ ਨੇ ਕਿੰਨੇ ਹਾਊ ਮੈਨੀ ਪਲੇਜ਼ ਲਿਖੇ ਨੇ। ਹੁਣ ਵਿਲੀਅਮ ਸ਼ੇਕਸਪੀਅਰ ਦੇਖੋ ਕਿੰਨਾ ਪੁਰਾਣਾ ਰਾਈਟਰ ਹੈ, ਕਿੰਨੇ ਸਮੇਂ ਤੋਂ ਲਿਖਦਾ ਆ ਰਿਹਾ ਹੈ, ਤਾਂ ਰੀਸੈਂਟ ਤਾਂ ਗੱਲ ਹੈ ਨਹੀਂ ਜਾਂ ਨਿਊ ਤਾਂ ਹੈ ਨਹੀਂ, ਤਾਂ ਪੁਰਾਣੀ ਗੱਲ ਹੈ। ਤਾਂ ਇੱਥੇ ਪ੍ਰੈਜੈਂਟ ਪਰਫੈਕਟ ਤਾਂ ਬਣਦਾ ਨਹੀਂ, ਆਪਾਂ ਕੀ ਬਣਾਵਾਂਗੇ ਪਾਸਟ ਇੰਡੈਫੀਨੇਟ। ਤਾਂ ਪਾਸਟ ਇੰਡੈਫੀਨੇਟ ਕੀ ਹੁੰਦਾ, ਦੇਖੋ हैज विलियम शेक्सपीयर रिटन ਤਾਂ ਗਲਤ ਹੈ, ਤਾਂ ਕੀ ਆਏਗਾ ਪਾਸਟ ਇੰਡੈਫੀਨੇਟ ਦੇ ਵਿੱਚ ਜਦੋਂ ਇੰਟੈਰੋਗੇਟਿਵ ਬਣਾਉਣੇ ਆ ਤਾਂ ਉੱਥੇ ਕੀ ਆਏਗਾ, ਪਹਿਲਾਂ ਆਪਣਾ ਜਿਹੜਾ ਡਿਡ ਹੈਲਪਿੰਗ ਵਰਬ ਡਿਡ ਆਏਗਾ, ਡਿਡ ਵਿਲੀਅਮ
शेक्सपीयर, ठीक है, डिड विलियम शेक्सपीयर, उस तो बाद वर्ब दी फर्स्ट फॉर्म राइट, डिड विलियम शेक्सपीयर राइट क्वेश्चन मार्क, ठीक है, अगे वही आएगा, हाउ मेनी प्लेज डिड विलियम शेक्सपीयर राइट। चौथा देखो, आई हैव फॉरगॉटन हिज नेम, मैं उसका नाम भुल चुका हाँ, इज इट जो और जैक, की उसका नाम जो या जैक है। देखो इस दे विच भी देखो प्रेजेंट की गल हो रही है, आप किसी को कह रहे हैं यार मैं उसका नाम भुल गया, भी मतलब मैं उसका नाम भुल चुका हाँ, उसका नाम जो है या जैक है, बिल्कुल ये प्रेजेंट की गल हो रही है, भी प्रेजेंट दे विच उस नाम है जिहड़ा मैं भुल चुकिया, इत्थे पास्ट की गल नहीं हैगी, बिल्कुल ओके है, इस दे विच कोई प्रॉब्लम नहीं हैगी, ओके है। बट अगला देखो, अगले दे विच की है, हू हैज़ इन्वेंटेड पेपर, पेपर भी कागज़ की जिहड़ी खोज है, जिहड़ी काढ़ है, वो किसने की। देखो कागज़ की काढ़ किसने, रीसेंट घटना तो है नहीं, ये बहुत साल पहला की सी किसी ने, बट इन्हों ने प्रेजेंट परफेक्ट बना रखा है, तो इत्थे बनेगा किहड़ा, इत्थे बनेगा पास्ट इंडेफिनेट। तो हू दे विच ही सबजैक्ट आ गया, आप कहांगे हू हैज़ इन्वेंटेड की जगह ते इत्थे आएगा सिर्फ इन्वेंटेड, यह सिर्फ इन्ना बनेगा, हू इन्वेंटेड पेपर, हू इन्वेंटेड पेपर, पेपर की जिहड़ी खोज है वो किसने की। छेवां देखो, ड्रग्स हैव बिकम अ बिग प्रॉब्लम एवरीवेयर, जिहड़ा कहंदे ड्रग्स है वो सारे किते एक बिग प्रॉब्लम बन चुका है, ये भी देखो कोई पास्ट की गल नहीं हैगी, जिस वक्त ये गल कर रहा है ये प्रेजेंट की गल कर रहा है बंदा, इत्थे देखो इत्थे तो पास्ट की गल ऑटोमैटिकली होगी, भी पेपर की खोज के बारे गल कर रहा है तो पास्ट की गल है, ठीक है, विलियम शेक्सपीयर बारे कर रहा है पास्ट की गल है, ये ड्रग्स की प्रॉब्लम के बारे गल हो रही है, प्रेजेंट की गल हो रही है, भी जिहड़ा ड्रग्स है बहुत वड्डी प्रॉब्लम बन चुका है, तो बिल्कुल इसनूं आपां राइट लिखांगे, इसनूं आपां ओके लिखांगे, इस दे विच कोई गलती नहीं हैगी। बट अगला देखो, अगले दे विच की कह रहा है, वी हैव वॉश्ड द कार। हुण इत्थे देखो सेंस समझो, दो सेंटेंस ने, दो भाग ने, तुहानूं अपने आप समझ आनी चाहिए है दोवें पढ़ के। हुण इस दे विच पहले दे विच कह रहा है वी हैव वॉश्ड द कार, तो यह मतलब हो गया प्रेजेंट की गल होगी कि असीं कार धो चुके हाँ, परंतु अगले दे विच की कह रहा है, बट नाउ इट इज डर्टी अगेन, बट नाउ आ गया, देखिए थे यदा मतलब जो आ सेंटेंस है ये प्रेजेंट की गल कर रहा है, बट नाउ, ठीक है, यदा मतलब इत्थे जी कार धोई सी ये गल कहने की कोशिश कर रहे हैं, बट नाउ इट इज डर्टी अगेन, भी हुणे दोबारा डर्टी होगी। देखो आ प्रेजेंट की गल हो रही है, प्रेजेंट दे विच जदों आपां कोई गल कहने आ भी ये दोबारा होगी, दोबारा मतलब यदा मतलब पहला भी आपां कीती सी पास्ट दे विच, यदा मतलब जिहड़ी आ गड्डी इन्हां ने धोई सी ये पास्ट दे विच पहला धोती सी, तां करके कह रहे ने बट नाउ इट्स डर्टी अगेन, भी दोबारा फिर गंदी होगी, यदा मतलब धोती सी इन्हां ने, धो चुके हाँ नहीं धोई सी, है ना, तां करके वी हैव वॉश्ड की जगह ते इत्थे सिर्फ आएगा वी वॉश्ड, वी वॉश्ड, ओके, वी वॉश्ड द कार। अठवां देखो, वेयर हैव यू बीन बॉर्न, देखो वेयर हैव यू बीन बॉर्न का मतलब है तुसी कित्थे जम चुके हो, तुसी कित्थे जम चुके हो नहीं, तुसी कित्थे जम्मे सी, मतलब तुहाडा जन्म कित्थे होया सी, ये पास्ट की गल है। और अगली गल इत्थे हुण ध्यान रखियो, प्रेजेंट परफेक्ट बनाया तो जिहड़ा हैव है इत्थे हेल्पिंग वर्ब लग्या, यू इत्थे सबजैक्ट लग्या, जिहड़ा इत्थे बीन है, ठीक है, ये इत्थे वर्ब की फॉर्म है, मेन वर्ब की फॉर्म, थर्ड फॉर्म बीन होगी, यदा मतलब जिहड़ी वर्ब की फॉर्म इत्थे यूज हुई है वो बी हुई है, ठीक है। हुण इंटैरोगेटिव है, हुण इंटैरोगेटिव बनावांगे, जदों आपां कल्ली बी की फॉर्म यूज करांगे इंटैरोगेटिव दे विच अगे की आएगा, हुण आपां देखो ये तां कहांगे नहीं वेयर, हुण आपां ये नहीं कहांगे आपां इंटैरोगेटिव पास्ट सिंपल दे विच, पास्ट इंडेफिनिट दे इंटैरोगेटिव दे विच डिड मूहरे लगा के इस तरह थोड़ी आएगा, वेयर डिड यू बी बॉर्न, वेयर डिड यू बी बॉर्न नहीं, तुसी कित्थे जम्मे हो, ये सिंपल है, इस दे विच कोई क्रिया नहीं हो रही, बी दी फॉर्म यूज होएगी पास्ट दे विच वॉज वर, तो आपां इत्थे कहांगे वेयर, वेयर तो वॉज वर अगे आएगा, यू दे नाल लग्या वर, तो इत्थे हैगा वेयर वर यू वॉर्न, ये आएगा इत्थे एग्जैक्ट, वेयर वर यू वॉर्न, तुसी कित्थे जम्मे सी, समझ गए ना। अगला देखो नौवां, एली हैज गॉन शॉपिंग, जिहड़ी एली है वो शॉपिंग ते जा चुकी है, मतलब यदा मतलब है भी इस वक्त एली इत्थे है नहीं, वो शॉपिंग ते जा चुकी है। और अगे की कहता है शी विल बी बैक इन अबाउट एन आवर, वो 1 घंटे बाद आएगी, बिल्कुल राइट है, ये मैच कर रहा है भी एली इस वक्त इत्थे है नहीं, एली जा चुकी है,
1 घंटे बाद आवेगी, ਇਹਦਾ ਮਤਲਬ ਇੱਥੇ ਹੈ ਨਹੀਂ ਉਹ, ਤਾਂ ਬਿਲਕੁਲ ਰਾਈਟ ਹੈ, ਪ੍ਰੈजेंट परफेक्ट ही आएगा भी जा चुकी है वो। हुण अगला देखो एल्बर्ट आइंस्टाइन। एल्बर्ट आइंस्टाइन एक बहुत बड़ा साइंटिस्ट सीगा है ना, बहुत साल पहला। एल्बर्ट आइंस्टाइन हैज़ बीन द साइंटिस्ट, ਇਹਦਾ मतलब हो गया एल्बर्ट आइंस्टाइन एक साइंटिस्ट हो चुकिया है, एक साइंटिस्ट हो चुकिया है, नहीं आप कहने हुन्ने एल्बर्ट आइंस्टाइन एक साइंटिस्ट सी, तो इत्थे आपां की कहांगे हैज़ बीन दी जगह ते आपां कहांगे एल्बर्ट आइंस्टाइन वॉज, तुसी हैज़ बीन की जगह पे कला वॉज आएगा, एल्बर्ट आइंस्टाइन वॉज द साइंटिस्ट। ओके, अगला है हु हैज़ डिवेलप्ड द थ्योरी ऑफ रिलेटिविटी, जिसने रिलेटिविटी की थ्योरी है जी, ਇਹਦਾ मतलब बन गया हु हैज़ डिवेलप्ड द थ्योरी ऑफ रिलेटिविटी, जो कि रिलेटिविटी की थ्योरी डिवेलप कर चुका है नहीं आप कहने जिसने रिलेटिविटी की थ्योरी डिवेलप की सी, जिसने रिलेटिविटी की थ्योरी डिवेलप की सी, इत्थे आपां ये चीज़ कहांगे पास्ट की गल है, तां करके हैज़ डिवेलप्ड की जगह ते कल्ला डिवेलप्ड आएगा, डिवेलप्ड। हु डिवेलप्ड द थ्योरी ऑफ रिलेटिविटी। देखो जो भी कोई सेंटेंस आप पढ़ते हैं अपन अपने आप पता चल जाता है कि प्रेजेंट की गल हो रही है या पास्ट की हो रही है, उस दे मुताबिक तुसी प्रेजेंट परफेक्ट या फिर पास्ट इंडेफिनिट टेंस है जिहड़ा तुसी बनाउंदे जाओ। सो ये सी अपनी इस यूनिट की अपनी जिहड़ी एक्सरसाइज है फस्ट, एंड इस तो अगे अपनी इस यूनिट की लास्ट अपनी जी एक्सरसाइज है थर्ड, वो आप करांगे। इस तो जी आप पहला की सी वो सैकेंड सी, फस्ट जी एक्सरसाइज है वो आप करनी नहीं, आप शायद भुल गए उत्थे फस्ट ही लिख दी सी, वो सैकेंड सी, फस्ट वाली छड्ड सकते हो, सैकेंड और थर्ड करांगे। ये अपनी थर्ड एक्सरसाइज है। देखो ये की करना है, पुट द वर्ब इनटू द करैक्ट फॉर्म, जी वर्ब है उसको करैक्ट फॉर्म के पुट करो, प्रेजेंट परफेक्ट और पास्ट सिंपल या फिर पास्ट इंडेफिनिट। देखो करना किस तरह, ये अपने सेंटेंस ने, ਜਿਹੜਾ सेंटेंस है हर एक सेंटेंस के विच आपां नूं ब्लैंक है जो छड्डी गई है, हर एक सेंटेंस के विच आपां नूं ब्लैंक्स ने जिहड़ियां देखो छड्डियां गईयां ने। हुण आपां ने करना की है, सेंटेंस पूरा पढ़ना है, ये ब्लैंक छड्ड के सेंटेंस सारा पढ़ के हर एक सेंटेंस के एंड ते आपां नूं एक सबजैक्ट एक वर्ब, एक सबजैक्ट एक वर्ब, एक सबजैक्ट एक वर्ब, ठीक है, या फिर कल्ली वर्ब भी हो सकती है, एक सबजैक्ट एक वर्ब, इस तरह। या फिर कह लो सेंटेंस के बिल्कुल एंड ते आपां नूं कुछ शब्द दिते गए ने, सबजैक्ट प्लस वर्ब या फिर कल्ली वर्ब भी हो सकती है, जेकर सबजैक्ट इन्होंने पहला तो ही इधर दे चुके हैं, मतलब कि फिर आपां उत्थे कल्ली वर्ब होएगी। आपां ने करना की है, कुल मिला के आपां ने ये करना है, याद रखियो पूरा सेंटेंस पढ़ना है, जिथे ब्लैंक है उस ब्लैंक दे विच आपां इस सेंटेंस के एंड ते जिहड़े आपां नूं ये शब्द दिते गए ने ब्रैकेट दे विच सबजैक्ट प्लस वर्ब या फिर कल्ली वर्ब, उसनूं आपां उत्थों चुक के ये ब्लैंक दे विच लैके आउणा है हर एक सेंटेंस दे विच। और जदों उत्थे लैके आवांगे ब्लैंक दे विच आपां देखना है कि आपां प्रेजेंट परफेक्ट बनावांगे या पास्ट सिंपल। जे तां प्रेजेंट की गल हो रही है, प्रेजेंट की तुहानूं पता ही है रूल्स कीते ने, जे प्रेजेंट की गल हो रही है या रीसेंट या न्यू कोई इन्फॉर्मेशन हो रही है, गल हो रही है नवी इन्फॉर्मेशन की, फिर तो आप प्रेजेंट परफेक्ट बनावांगे। जेकर बीते समय पास्ट की गल हो रही है फिर आप पास्ट इंडेफिनिट बनावांगे। जिस तरह फस्ट है अपना देखो सेंटेंस, पहला डैश है, डैश दे विच ना तुसीं इसे तरह उसनूं जिस तरह है उस तरह चुक के पहला इसे तरह लगा के एक बार पढ़ लिया करो। देखिए इट स्टॉप है, ठीक है, मतलब यह है इट स्टॉप रेनिंग फॉर अ वाइल, भी कुछ समय लिए जी वर्क है वो बंद होगी, बट नाउ इट इज रेनिंग अगेन। देखो जेकर आप एंडला सेंटेंस इन्हां दा पढ़ीए, ये दो भागों के विच सेंटेंस है। पहला एंडले सेंटेंस दे विच कह रहा है बट, बट हुंदा परंतु, बट नाउ कहना परंतु हुण इट इज रेनिंग अगेन, पर हुण दोबारे फिर बरखा शुरू होगी। हुण ये गल आपां कदों कहने आ भी हुण दोबारे फिर बरखा शुरू होगी, और अगे हैगा इट स्टॉप, ਇਹਦਾ मतलब कहना चाहता है भी पहला बंद हो गई सी हुण दोबारे फिर बरखा शुरू होगी। ਇਹਦਾ मतलब ਜਿਹੜੇ ਇਹ ਬਣੂਗਾ ਇਹ ਪਾਸਟ ਬਣੂਗਾ भी पहला बंद हो गई सी पास्ट ਦੇ ਵਿੱਚ, ਤਾਂ ਇੱਥੇ ਆਏਗਾ इट स्टॉप्ड, इट स्टॉप्ड रेनिंग फॉर अ वाइल, भी कुछ समय लिए बरखा बंद हो गई सी पर हुण दोबारे फिर होने लग गई, है ना। अगला देखो सैकेंड, द टाउन वेयर आई लिव इज़ वेरी डिफरेंट नाउ, भी वो टाउन जिस दे विच मैं रहना हुण ओह बहुत ज़्यादा डिफरेंट है, बहुत ज़्यादा अलग है। अगे डैश दे विच आएगा इट चेंज, तो यदा मतलब इट चेंज इत्थे लगा लो, इट चेंज अ लॉट नाउ। देखो नाउ आ गया, जदों नाउ आ गया ना यदा मतलब प्रेजेंट की गल हो रही है, प्रेजेंट परफेक्ट बना दो, तो इत्थे आएगा इट हैज़ चेंज्ड, इट हैज़ चेंज्ड अ लॉट नाउ, भी हुण बहुत चेंज हो गया। थर्ड देखो आई स्टडीड जर्मन एट स्कूल, कहना स्कूल दे विच मैं जर्मन पढ़ी है, बट परंतु
ਇੱਥੇ ਹੈਗਾ I forgot, but I forgot most of it now, ਪਰ ਹੁਣ ਮੈਂ ਇਸ ਦੇ ਵਿੱਚੋਂ ਜ਼ਿਆਦਾਤਰ ਭੁੱਲ ਗਿਆ। ਦੇਖੋ now ਵੀ ਹੁਣ ਮੈਂ ਇਸ ਦੇ ਵਿੱਚੋਂ ਜ਼ਿਆਦਾਤਰ ਭੁੱਲ ਚੁੱਕਾ ਹਾਂ। now ਦੀ ਗੱਲ ਹੋ ਰਹੀ ਹੈ ਪ੍ਰੈਜੈਂਟ ਦੀ, ਸਿੰਪਲ ਹੈ ਤਾਂ ਪ੍ਰੈਜੈਂਟ ਪਰਫੈਕਟ I have forgotten, I have forgotten, ਇੱਥੇ ਪੂਰਾ ਨਹੀਂ ਆਇਆ, ਤੁਸੀਂ ਲਿਖ ਲਿਓ forgotten। ਚੌਥਾ ਦੇਖੋ, ਠੀਕ ਹੈ, fourth the police ਡੈਸ਼ ਆ ਗਿਆ, ਡੈਸ਼ ਦੇ ਵਿੱਚ ਹੈਗਾ ਅਰੈਸਟ, ਆਪਾਂ ਇੱਥੇ ਅਰੈਸਟ ਹੀ ਲਾ ਲਓ। the police arrest 3 people, ਵੀ ਪੁਲਿਸ ਨੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ। ਬਟ ਲੇਟਰ, ਪਰ ਬਾਅਦ ਦੇ ਵਿੱਚ, ਲੇਟਰ ਦੇ ਲੈਟ them go, ਪਰ ਬਾਅਦ ਦੇ ਵਿੱਚ ਉਹਨਾਂ ਨੂੰ ਜਾਣ ਦਿੱਤਾ। ਇਹਦਾ ਮਤਲਬ ਇਹ ਪੂਰੀ ਗੱਲ ਦੇਖੋ ਪਾਸਟ ਦੀ ਹੈ। ਜੇ ਦੇਖੋ ਉਹਨਾਂ ਨੂੰ ਅਰੈਸਟ ਕੀਤਾ, ਉਸ ਤੋਂ ਬਾਅਦ ਹੀ ਉਹਨਾਂ ਨੂੰ ਇਹ ਗੱਲ ਕਹਾਂਗੇ ਆਪਾਂ ਵੀ ਉਹਨਾਂ ਨੂੰ ਬਾਅਦ ਦੇ ਵਿੱਚ ਜਾਣ ਦਿੱਤਾ। ਆਪਾਂ ਇਹ ਗੱਲ ਕਹਾਂਗੇ ਵੀ ਪਹਿਲਾਂ ਉਹਨਾਂ ਨੂੰ ਅਰੈਸਟ ਕਰ ਲਿਆ, ਬਾਅਦ ਦੇ ਵਿੱਚ ਜਾਣ ਦਿੱਤਾ। ਤਾਂ ਅਰੈਸਟ ਜਿਹੜਾ ਕਰਨ ਦੀ ਗੱਲ ਇੱਥੇ ਆ ਰਹੀ ਹੈ ਉਹ ਪਾਸਟ ਦੀ ਹੈ, ਤਾਂ ਕਰਕੇ ਇੱਥੇ the police arrested 3 people, ਠੀਕ ਹੈ, ਤਾਂ ਇਹ ਪਾਸਟ ਹੈ ਬਿਲਕੁਲ। ਪੰਜਵਾਂ what do you think of my English, ਕਹਿੰਦਾ ਤੁਸੀਂ ਮੇਰੀ ਇੰਗਲਿਸ਼ ਦੇ ਬਾਰੇ ਕੀ ਸੋਚਦੇ ਹੋ। do you think it improve, do you think it improve, ਕੀ ਤੁਸੀਂ ਸੋਚਦੇ ਹੋ ਇਹ ਇੰਪਰੂਵ ਹੋ ਚੁੱਕੀ ਹੈ। ਕਿਉਂਕਿ ਦੇਖੋ do you think ਪ੍ਰੈਜੈਂਟ ਟੈਂਸ ਆ ਗਿਆ, ਬਿਲਕੁਲ ਸਿੰਪਲ ਹੈ। ਤਾਂ ਪ੍ਰੈਜੈਂਟ do you think ਆ ਗਿਆ, ਤੁਹਾਨੂੰ ਪ੍ਰੈਜੈਂਟ ਇੰਡੈਫੀਨਿਟ ਦਾ ਪਤਾ ਹੋਣਾ ਚਾਹੀਦਾ। ਤਾਂ ਜਦੋਂ ਪ੍ਰੈਜੈਂਟ ਤੋਂ ਆਪਣੀ ਸ਼ੁਰੂਆਤ ਹੋ ਰਹੀ ਹੈ ਤਾਂ ਇੱਥੇ ਆਪਾਂ ਪ੍ਰੈਜੈਂਟ ਪਰਫੈਕਟ ਹੀ ਬਣਾਵਾਂਗੇ, ਕਿਉਂਕਿ ਆਪਾਂ ਪ੍ਰੈਜੈਂਟ ਪਰਫੈਕਟ ਤੇ ਪਾਸਟ ਇੰਡੈਫੀਨਿਟ ਦੇ ਆਪਾਂ ਵਿੱਚੋਂ ਚੂਜ਼ ਕਰਨਾ ਹੈ। ਪਾਸਟ ਤਾਂ ਹੈ ਹੀ ਨਹੀਂ, ਤਾਂ ਇਹ ਪ੍ਰੈਜੈਂਟ ਦੀ ਗੱਲ ਹੈ। do you think, ਕੀ ਤੁਸੀਂ ਸੋਚਦੇ ਹੋ, it has improved, it has improved, do you think it has improved। ਛੇਵਾਂ ਦੇਖੋ are you ready to go, ਕੀ ਤੁਸੀਂ ਜਾਣ ਦੇ ਲਈ ਤਿਆਰ ਹੋ। ਠੀਕ ਹੈ, ਆਪਾਂ ਕਿਸੇ ਨੂੰ ਕਹਿ ਰਹੇ ਹਾਂ, ਦੇਖੋ ਪ੍ਰੈਜੈਂਟ ਦੇ ਵਿੱਚ ਗੱਲ ਹੋ ਰਹੀ ਹੈ are you ready to go, ਅੱਗੇ ਫਿਰ ਦੁਬਾਰਾ ਆਪਾਂ ਉਸ ਨੂੰ ਕਹਿ ਰਹੇ ਹਾਂ you finish your coffee, you finish your coffee, ਇਹਦਾ ਮਤਲਬ ਆਪਾਂ ਉਸ ਨੂੰ ਕਹਿ ਰਹੇ ਹਾਂ are you ready to go, ਕੀ ਤੁਸੀਂ ਜਾਣ ਦੇ ਲਈ ਤਿਆਰ ਹੋ। you finish your coffee, ਕੀ ਤੁਸੀਂ ਨੇ ਆਪਣੀ ਕਾਫੀ ਫਿਨਿਸ਼ ਕਰ ਲਈ, ਮਤਲਬ ਕਿ ਕੀ ਤੁਸੀਂ ਆਪਣੀ ਕਾਫੀ ਫਿਨਿਸ਼ ਕਰ ਚੁੱਕੇ ਹੋ। ਹੁਣ ਜਿਹੜਾ ਕਾਫੀ ਫਿਨਿਸ਼ ਕਰਨ ਦਾ ਕੰਮ ਹੈ ਇਹ ਪਾਸਟ ਦੀ ਗੱਲ ਨਹੀਂ ਹੈਗੀ, ਇਹ ਪ੍ਰੈਜੈਂਟ ਦੇ ਵਿੱਚ ਹੀ ਆਪਾਂ ਕਹਿ ਰਹੇ ਹਾਂ ਕੀ ਤੁਸੀਂ ਤਿਆਰ ਹੋ, ਕੀ ਤੁਸੀਂ ਆਪਣੀ ਕਾਫੀ ਫਿਨਿਸ਼ ਕਰ ਲਈ, ਤਾਂ ਇਹ ਕੀ ਬਣੇਗਾ ਪ੍ਰੈਜੈਂਟ ਪਰਫੈਕਟ। ਔਰ ਇੰਟੈਰੋਗੇਟਿਵ ਹੈ ਤਾਂ ਸਭ ਤੋਂ ਪਹਿਲਾਂ ਹੈਵ ਆਏਗਾ, ਹੈਵ ਫਿਰ ਸਬਜੈਕਟ, ਹੈਵ ਯੂ ਫਿਰ ਥਰਡ ਫਾਰਮ ਫਿਨਿਸ਼ਡ, ਹੈਵ ਯੂ ਫਿਨਿਸ਼ਡ ਯੂਰ ਕਾਫੀ। ਸੱਤਵਾਂ ਦੇਖੋ ਫॉर ਅ ਜੌਬ, ਦੇਖੋ ਆਈ ਅਪਲਾਈ, ਇੱਥੇ ਆਪਾਂ ਕਹਾਂਗੇ ਆਈ ਅਪਲਾਈ ਫॉर ਅ ਜੌਬ ਐਜ਼ ਅ ਟੂਰ ਗਾਈਡ, ਮੈਂ ਇੱਕ ਟੂਰ ਗਾਈਡ ਦੇ ਲਈ ਆਪਣੀ ਜੌਬ ਦੇ ਲਈ ਮਤਲਬ ਅਪਲਾਈ ਕੀਤਾ ਹੈ ਨਾ, ਇਹ ਬਣ ਗਿਆ ਇਹਦਾ। ਬਟ ਆਈ ਵਾਜ਼ ਨॉट ਸਕਸੈਸਫੁਲ, ਪਰ ਮੈਂ ਸਕਸੈਸਫੁਲ ਨਹੀਂ ਹੋਇਆ। ਦੇਖੋ ਬਟ ਆਈ ਵਾਜ਼ ਨॉट ਸਕਸੈਸਫੁਲ, ਵਾਜ਼ ਆ ਗਿਆ ਵੀ ਮੈਂ ਸਕਸੈਸਫੁਲ ਨਹੀਂ ਹੋਇਆ, ਇਹਦਾ ਮਤਲਬ ਅਪਲਾਈ ਹੈ ਜਿਹੜਾ ਪਾਸਟ ਦੇ ਵਿੱਚ ਕੀਤਾ ਸੀ ਤਾਂ ਪਾਸਟ ਆ ਗਿਆ, ਇਸ ਲਈ ਇੱਥੇ ਹੈਗਾ ਆਈ ਅਪਲਾਈਡ ਫॉर ਅ ਜੌਬ। ਅੱਠਵਾਂ ਦੇਖੋ ਥੋੜਾ ਜਿਹਾ ਸੋਚਿਆ ਕਰੋ ਹੈ ਨਾ, ਸੈਂਸ ਨਾਲ ਸਮਝਿਆ ਕਰੋ। ਵੇਅਰ ਇਜ਼ ਮਾਈ ਬਾਈਕ, ਦੇਖੋ ਧਿਆਨ ਨਾਲ ਇਹਨੂੰ ਵੀ ਪੜ੍ਹਿਓ, ਇੰਟਰਸਟਿੰਗ ਹੈ। ਅੱਠਵਾਂ ਦੇਖੋ ਵੇਅਰ ਇਜ਼ ਮਾਈ ਬਾਈਕ, ਆਪਾਂ ਕਿਸ ਤੋਂ ਪੁੱਛ ਰਹੇ ਹਾਂ ਵੀ ਮੇਰੀ ਬਾਈਕ ਕਿੱਥੇ ਹੈ। ਅੱਗੇ ਆਪਾਂ ਕਹਿ ਰਹੇ ਹਾਂ ਦੇਖੋ ਇਟ ਬੀ ਹੈ ਨਾ, ਇਟ ਬੀ ਆਪਾਂ ਇਟ ਬੀ, ਦੇਖੋ ਇੱਥੇ ਬੀ ਦੀ ਕੋਈ ਫਾਰਮ ਆਏਗੀ ਜੋ ਵੀ ਹੈ, ਚਲੋ ਇਟ ਬੀ ਆਊਟਸਾਈਡ ਦਾ ਹਾਊਸ, ਇਟ ਬੀ ਆਊਟਸਾਈਡ ਦਾ ਹਾਊਸ, ਕਹਿੰਦਾ ਇਹ ਘਰ ਦੇ ਬਾਹਰ ਸੀ। ਬਟ ਇਟ ਇਜ਼ ਨॉट देयर ਨਾਓ, ਦੇਖੋ ਪਰ ਇਹ ਹੁਣ ਹੈ ਨਹੀਂ, ਕਹਿੰਦਾ ਬਟ ਇਟ ਇਜ਼ ਨॉट देयर ਨਾਓ, ਵੀ ਹੁਣ ਮੇਰੀ ਬਾਈਕ ਉੱਥੇ ਹੈ ਨਹੀਂ। ਇਹਦਾ ਮਤਲਬ ਉਰੇ ਇਹ ਗੱਲ ਕਹਿ ਰਿਹਾ ਹੈ ਵੀ ਇਹ ਘਰ ਦੇ ਬਾਹਰ ਸੀ ਬਟ ਇਟ ਇਜ਼ ਨॉट देयर ਨਾਓ, ਪਰ ਹੁਣ ਹੈ ਨਹੀਂ। ਇਹਦਾ ਮਤਲਬ ਇੱਥੇ ਪਾਸਟ ਦੀ ਗੱਲ ਹੋ ਰਹੀ ਹੈ। ਇਟ ਬੀ, ਤਾਂ ਇਟ ਬੀ, ਇਟ ਦੇ ਨਾਲ ਬੀ ਤਾਂ ਲੱਗੇਗੀ ਨਹੀਂ, ਬੀ ਦੀ ਇਜ਼ ਐਮ ਆਰ ਵਾਜ਼ ਵਰ, ਪਾਸਟ ਦੀ ਵਾਜ਼ ਵਰ ਹੁੰਦੀ ਹੈ, ਇਟ ਦੇ ਨਾਲ ਵਾਜ਼। ਇਟ ਵਾਜ਼ ਆਊਟਸਾਈਡ ਦਾ ਹਾਊਸ ਬਟ ਇਟ ਇਜ਼ ਨॉट देयर ਨਾਓ। ਨੌਵਾਂ ਦੇਖੋ ਕੁਇਕ, ਕਹਿੰਦਾ ਜਲਦੀ ਕਰੋ, ਵੀ ਨੀਡ ਟੂ ਕਾਲ ਐਨ ਐਂਬੂਲੈਂਸ, ਸਾਨੂੰ ਐਂਬੂਲੈਂਸ ਨੂੰ ਬੁਲਾਉਣ ਦੀ ਜ਼ਰੂਰਤ ਹੈ। देयर बी एन एक्सीडेंट, कहना एक्सीडेंट हो गया है। देखो ये कोई पास्ट की गल नहीं हैगी, इत्थे कह रहे क्विक वी नीड टू कॉल एन एंबूलेंस, सानू एंबूलेंस नू बनाउण दी जरूरत है, बुलाउण दी जरूरत है। तो यह की है प्रेजेंट इंडेफिनिट है ना। अगे की कह रहा है देयर बी एन एक्सीडेंट, इहदा मतलब जो इत्थे प्रेजेंट च कह रहा भी सानू एंबूलेंस नू बुलाउण दी जरूरत है, इहदा मतलब एक्सीडेंट उस वक्त होया होया है। तो प्रेजेंट की ही गल हो रही है भी एक्सीडेंट हो चुके है, पास्ट की गल नहीं हैगी। इहदा मतलब इत्थे की कहेगा देयर हैज बीन, बी दी थर्ड फॉर्म तो बीन ही आएगी, तो देयर हैज बीन एन एक्सीडेंट। 10वां देखो वही है सेम जिहड़ा आपां एग्जाम्पल कीती सी,
ਵੀ ਜਦੋਂ ਇੱਕ ਵਾਰ ਆਪਾਂ ਕਿਸੇ ਨੂੰ ਨਵੀਂ ਇਨਫੋਰਮੇਸ਼ਨ ਦਿੰਦੇ ਆ ਤਾਂ ਆਪਾਂ ਪ੍ਰੈਜ਼ੈਂਟ ਪਰਫੈਕਟ ਬਣਾਉਂਦੇ ਆ, ਉਸ ਤੋਂ ਅੱਗੇ ਜੇਕਰ ਆਪਾਂ ਉਸ ਦੇ ਬਾਰੇ ਗੱਲ ਕਰਦੇ ਆ ਤਾਂ ਆਪਾਂ ਪਾਸਟ ਇੰਡੈਫੀਨਿਟ ਬਣਾਉਂਦੇ ਆ। ਜਿੱਦਾਂ ਇਹ ਕਹਿ ਰਿਹਾ ਏ, ਬੈਨ ਵੋਂਟ ਬੀ ਏਬਲ ਟੂ ਪਲੇ ਟੈਨਿਸ ਫॉर ਅ ਵਾਈਲ, ਵੀ ਜਿਹੜਾ ਬੈਨ ਹੈ ਕੁਝ ਸਮੇਂ ਲਈ ਉਹ ਟੈਨਿਸ ਖੇਡਣ ਦੇ ਲਈ ਯੋਗ ਨਹੀਂ ਹੈਗਾ, ਹੈ ਨਾ, ਏਬਲ ਨਹੀਂ ਹੈਗਾ। ਅੱਗੇ ਕੀ ਕਹਿ ਰਿਹਾ, ਕਿਉਂ ਨਹੀਂ ਹੈਗਾ ਏਬਲ, ਹੀ ਬ੍ਰੇਕ ਹਿਜ਼ ਆਰਮ, ਹੀ ਬ੍ਰੇਕ ਹਿਜ਼ ਆਰਮ ਮਤਲਬ ਕਿ ਕਹਿੰਦਾ ਉਸਨੇ ਆਪਣੀ ਬਾਂਹ ਜਿਹੜੀ ਤੜਵਾ ਲਈ ਹੈ, ਉਸਦੀ ਬਾਂਹ ਟੁੱਟ ਚੁੱਕੀ ਹੈ। ਹੀ हैज़ broken, किस तरह है ਤੁਹਾਨੂੰ ਪਤਾ ਹੀ ਹੈ, he has broken his arm। ਤਾਂ B ਪੁੱਛ ਰਿਹਾ ਉਹ how that happen, how that happen, ਵੀ ਇਹ ਚੀਜ਼ ਕਿਵੇਂ ਹੋਈ। ਹੁਣ ਇਹ ਪਾਸਟ ਦੀ ਗੱਲ ਪੁੱਛ ਰਿਹਾ ਵੀ ਜਿਸ ਵਕਤ ਇਹ ਘਟਨਾ ਹੋਈ ਹੈ ਨਾ, ਤਾਂ ਉਹ ਗੱਲ ਪੁੱਛ ਰਿਹਾ ਪਾਸਟ ਦੀ ਵੀ ਇਹ ਕਿਵੇਂ ਹੋਈ। ਤਾਂ ਇਹ ਕਹਿ ਰਿਹਾ how that happen, ਤਾਂ ਇੰਟੈਰੋਗੇਟਿਵ ਹੈ, ਦੇਖੋ how that happen, ਤਾਂ ਸਭ ਤੋਂ ਪਹਿਲਾਂ ਕੀ ਆਏਗਾ ਪਾਸਟ ਇੰਡੈਫੀਨਿਟ ਦਾ, how did that happen, how did that happen। ਤਾਂ ਇਹ ਕਹਿ ਰਿਹਾ ਹੈ he fall off a ladder, ਵੀ ਉਹ ਸੀढ़ी ਤੋਂ ਗਿਰ ਗਿਆ, ਤਾਂ ਇਹ ਵੀ ਪਾਸਟ ਇੰਡੈਫੀਨਿਟ ਆਏਗਾ। ਤਾਂ ਇਹ ਕਹੇਗਾ he fall ਦੀ ਸੈਕੰਡ ਫਾਰਮ fell, he fell off ਜੋ ਲੱਗੇ ਹੋਇਆ ਆਫ ਤਾਂ, he fell off a ladder, ਸੀढ़ी ਤੋਂ ਗਿਰ ਗਿਆ। ਇਸੇ ਤਰ੍ਹਾਂ ਦਾ 11ਵਾਂ ਸੇਮ ਇਸੇ ਤਰ੍ਹਾਂ ਦਾ, ਦੇਖੋ ਇਹ ਕਹਿ ਰਿਹਾ ਸਭ ਤੋਂ ਪਹਿਲਾਂ I have found my phone, ਕਹਿੰਦਾ ਮੈਨੂੰ ਮੇਰਾ ਫੋਨ ਲੱਭ ਚੁੱਕਾ ਹੈ, ਤਾਂ ਪ੍ਰੈਜ਼ੈਂਟ ਪਰਫੈਕਟ ਹੋ ਗਿਆ, ਤਾਂ ਨਵੀਂ ਇਨਫੋਰਮੇਸ਼ਨ ਦੱਸੀ ਉਸਨੇ ਵੀ ਮੈਨੂੰ ਮੇਰਾ ਫੋਨ ਲੱਭ ਗਿਆ। ਤਾਂ ਹੁਣ B ਪੁੱਛ ਰਿਹਾ, ਕਹਿੰਦਾ ਉਹ ਗੁੱਡ, ਕਹਿੰਦਾ ਬਹੁਤ ਵਧੀਆ ਹੈ। ਵੇਅਰ ਯੂ ਫਾਈਂਡ ਇਟ, ਵੇਅਰ ਯੂ ਫਾਈਂਡ ਇਟ, ਕਹਿੰਦਾ ਤੁਹਾਨੂੰ ਇਹ ਕਿੱਥੋਂ ਲੱਭਿਆ। ਹੁਣ ਦੇਖੋ ਉਸ ਨੂੰ ਫੋਨ ਲੱਭ ਚੁੱਕਾ ਹੈ, ਵੀ ਜਿਸ ਵਕਤ ਉਸ ਨੂੰ ਫੋਨ ਲੱਭਾ ਸੀ ਉਹ ਤਾਂ ਪਹਿਲਾਂ ਦੀ ਗੱਲ ਹੈ, ਤਾਂ ਉਹ ਪੁੱਛ ਰਿਹਾ ਵੇਅਰ ਡਿਡ ਯੂ ਫਾਈਂਡ, ਵੀ ਤੁਹਾਨੂੰ ਇਹ ਕਿੱਥੋਂ ਲੱਭਿਆ। ਤਾਂ ਇਹ ਪੁੱਛ ਰਿਹਾ ਵੇਅਰ, ਪਾਸਟ ਇੰਡੈਫੀਨਿਟ ਦਾ ਇੰਟੈਰੋਗੇਟਿਵ, ਵੇਅਰ ਡਿਡ ਯੂ ਫਾਈਂਡ ਇਟ, ਵੇਅਰ ਡਿਡ ਯੂ ਫਾਈਂਡ ਇਟ। ਤਾਂ ਇਹ ਦੱਸ ਰਿਹਾ ਹੈ ਇਟ ਬੀ ਐਟ ਦਾ ਬਾਟਮ ਆਫ ਮਾਈ ਬੈਗ, ਕਹਿੰਦਾ ਇਹ ਮੇਰੇ ਬੈਗ ਦੇ ਥੱਲੇ ਤੀਗਾ, ਮਤਲਬ ਬੈਗ ਦੇ ਵਿੱਚ ਹੀ ਥੱਲੇ। ਤਾਂ ਇਟ ਪਾਸਟ ਇੰਡੈਫੀਨਿਟ ਜਦੋਂ ਬਣਾਵਾਂਗੇ ਤਾਂ ਇੱਥੇ ਬੀ ਹੈ, ਬੀ ਦੀ ਸੈਕੰਡ ਫਾਰਮ ਕਿਹੜੀ ਹੁੰਦੀ ਹੈ, ਬੀ ਵਾਜ਼ ਬੀਨ, ਇਟ ਦੇ ਨਾਲ ਆਏਗਾ ਵਾਜ਼, ਇਟ ਵਾਜ਼ ਐਟ ਦਾ ਬਾਟਮ ਆਫ ਮਾਈ ਬੈਗ। ਸੋ ਇਹ ਸੀ ਆਪਣੀ ਯੂਨਿਟ ਨੰਬਰ 13, ਬਿਲਕੁਲ ਹੀ ਆਸਾਨ ਹੈ। ਪ੍ਰੈਜ਼ੈਂਟ ਪਰਫੈਕਟ ਤੇ ਪਾਸਟ ਇੰਡੈਫੀਨਿਟ ਟੈਂਸ ਹੈ ਜਿਹੜਾ, ਉਹਦੇ ਵਿੱਚ ਤੁਸੀਂ ਨੇ ਫਰਕ ਹੈ ਜਿਹੜਾ ਉਹ ਦੇਖਣਾ ਹੈ ਤੇ ਸੈਂਟੈਂਸ ਬਣਾਉਣੇ ਨੇ। ਬਾਕੀ ਅਗਲੀ ਗੱਲ ਸੇਮ ਉਹੀ ਹੈ, ਤੁਹਾਨੂੰ ਸ਼ੇਅਰ ਜਿੱਥੇ ਵੀ ਜਿਹੜੇ ਵੀ ਕਾਲਜ ਦੇ ਵਿੱਚ ਪੜ੍ਹਦੇ ਹੋ ਸ਼ੇਅਰ ਕਰੋ ਅੱਗੇ ਬੱਚਿਆਂ ਤੱਕ, ਆਪਣੀ ਕਲਾਸ ਦੇ ਵਿੱਚ ਸਾਰੇ ਬੱਚਿਆਂ ਨੂੰ ਫੈਲਾ ਦਿਆ ਕਰੋ ਵੀਡੀਓ। ਪ੍ਰਾਈਵੇਟ ਕੋਈ ਪੜ੍ਹਦਾ ਉਹਨਾਂ ਤੱਕ, ਰਿਸ਼ਤੇਦਾਰ, ਦੋਸਤ, ਮਿੱਤਰ, ਭੈਣ ਭਰਾ, ਸਾਰਿਆਂ ਨੂੰ ਵੀਡੀਓ ਸ਼ੇਅਰ ਕਰਿਆ ਕਰੋ। ਔਰ ਜਿਹੜੇ ਵੀ ਬੱਚੇ ਪੜ੍ਹ ਰਹੇ ਹੋ, ਤੁਸੀਂ ਇਸ ਵਕਤ ਸੁਣ ਰਹੇ ਹੋ, ਚੈਨਲ ਦੇ ਉੱਪਰ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ, ਠੀਕ ਹੈ। ਸੋ ਇਸ ਵੀਡੀਓ ਵਿੱਚ ਫਿਲਹਾਲ ਇੰਨਾ ਹੀ, ਮਿਲਦੇ ਹਾਂ ਅਗਲੀ ਵੀਡੀਓ ਲੈ ਕੇ ਬਹੁਤ ਜਲਦ, ਉਦੋਂ ਤੱਕ ਦਿਓ ਇਜਾਜ਼ਤ। ਥੈਂਕ ਯੂ ਸੋ ਮਚ।